अधिकार खेत्र ਵਧਾ ਦਿੱਤਾ ਗਿਆ 15 ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ। ਵੈਸਟ ਬੰਗਾਲ ਦਾ ਵੀ ਹੋਇਆ, ਹੋਰ ਸੂਬਿਆਂ ਦਾ ਵੀ ਹੋਇਆ, ਪੰਜਾਬ ਦਾ ਵੀ ਹੋਇਆ। ਕਾਫੀ ਵਿਰੋਧ ਹੋ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਫੈਸਲੇ? ਨਜ਼ਰੇ ਕਹੀਂ ਨਿਸ਼ਾਨਾ ਕਹੀਂ, ਇਹ ਆਸਾਮ ਦਾ ਬੰਗਾਲ ਦਾ ਸਾਰਾ ਬਹਾਨਾ ਹੈ। ਜਿਵੇਂ ਇੱਥੇ ਤਾਂ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਭੰਡਿਆ ਜਾਂਦਾ ਕਿ ਅਸੀਂ ਸ਼ਾਂਤੀ ਕਰਾਂਗੇ। UAPA ਨਾਲ ਪਹਿਲਾਂ ਹੀ ਸਾਨੂੰ ਤੰਗ ਕਰੀ ਜਾਂਦੇ ਨੇ। ਆ ਨਵਾਂ ਸ਼ਹਿਰ ਦੇ ਬੱਚੇ ਫੜ ਕੇ ਅੰਦਰ ਕਰਤੇ ਸੀ ਵੀ ਤੁਹਾਡੇ ਕੋਲ ਜੀ ਖਾਲਿਸਤਾਨ ਦਾ ਪਰਚਾ ਮਿਲਿਆ। ਪਹਿਲਾਂ ਤਾਂ ਖਾਲਿਸਤਾਨ ਨਹੀਂ ਬਣਿਆ, ਨਾ ਬਣਨਾ। ਪਰ ਪੰਜਾਬੀ ਜਿਹੜੇ ਚੁੱਪ ਕਰੇ ਬੈਠੇ ਸੀ ਉਹਨਾਂ ਨੂੰ ਜਾਣਬੁੱਝ ਕੇ ਛੇੜਦੇ ਨੇ, ਤੇ ਜੇ ਇੱਦਾਂ ਛੇੜਨਗੇ ਤਾਂ ਪੰਜਾਬੀ ਉੱਠਣਗੇ। ਇੱਥੇ ਇੱਕ ਕਿਸਮ ਦਾ ਮਿਲਟਰੀ ਰਾਜ ਕਰਨ ਦੀ ਸਕੀਮ ਹੈ। ਜਿਹੜੀ ਪ੍ਰਧਾਨ ਮੰਤਰੀ ਨੇ ਉੱਥੇ ਬਿਆਨ ਦਿੱਤਾ ਜਿਹੜਾ ਉਹ ਕਿਸਾਨਾਂ ਰਾਹੀਂ ਤਾਂ ਪੂਰਾ ਨਹੀਂ ਕਰ ਸਕੇ, ਕਿਉਂਕਿ ਕਿਸਾਨਾਂ ਨੇ ਤਾਂ ਸ਼ਾਂਤਮਈ ਰਹੇ ਨੇ। ਹੁਣ ਉਹ ਵੈਸੇ ਨੌਜਵਾਨਾਂ ਨੂੰ ਫਟਫਟ ਕੇ ਮਾਰਨਗੇ ਔਰ ਮੁੜ ਕੇ 84 ਵਰਤਾਉਣਗੇ। ਸਿਆਸੀ ਪਾਰਟੀਆਂ ਨੂੰ ਕੱਢੇ ਲੜਨ ਦੀ ਬਜਾਏ ਇਸ ਗੱਲ 'ਚ ਇਕੱਠੇ ਹੋ ਜਾਣਾ ਚਾਹੀਦਾ ਵੀ ਹੁਣ ਤੱਕ ਅਸੀਂ ਚੁੱਪ ਰਹੇ ਸੀ, ਹੁਣ ਅਸੀਂ ਪੰਜਾਬ ਦੇ ਹੱਕ ਲੈ ਕੇ ਛੱਡਾਂਗੇ। ਤੁਸੀਂ ਛੱਡੋ, ਤੁਹਾਡੀ ਫੌਜ ਪੁਲਿਸ ਕਿਹੜੀ ਭੇਜ ਦਿਓ, ਲਾਓ ਜੋੜ ਜਿਹੜਾ ਲਾਣਾ। ਇਹਨਾਂ ਨੂੰ ਬੋਲਣਾ ਚਾਹੀਦਾ ਸੀ, ਇਹ ਤਾਂ ਅੱਜ ਤੱਕ ਬੋਲਿਆ ਹੀ ਨਹੀਂ। ਇਹ ਤਾਂ ਜੇ ਉਹ GST ਲਾਇਆ ਤੇ ਗਿੱਧਾ ਪਾਉਣ ਲੱਗੇ ਸਾਡਾ ਫਾਈਨੈਂਸ ਮਿਨਿਸਟਰ ਤਾਂ ਵੀ ਬਹੁਤ ਵਧੀਆ ਹੋ ਗਿਆ, ਫਿਰ ਮੁੜ ਕੇ ਰੋਣ ਲੱਗੇ। ਜਿਹੜੇ ਸਾਬਕਾ CM ਸੀਗੇ ਉਹਨਾਂ ਨੇ ਹਮਾਇਤ ਕੀਤੀ ਹੈ ਵੀ ਬਹੁਤ ਵਧੀਆ ਡਿਸੀਜਨ ਹੈ ਕਿ ਹੋਣਾ ਚਾਹੀਦਾ। ਕੈਪਟਨ ਸਾਹਿਬ ਤਾਂ ਪਾਕਿਸਤਾਨ ਬੈਸ਼ਿੰਗ ਤੇ ਉਹੀ ਕੁਛ ਕਰ ਰਹੇ ਨੇ ਜੋ ਕੁਛ BJP ਵਰਗ ਤੋਂ 2 ਕਦਮ ਅੱਗੇ ਨੇ। ਪਾਕਿਸਤਾਨ ਦੇ ਬੰਦੇ ਕੈਪਟਨ ਸਾਹਿਬ ਦੇ ਘਰੇ ਬੈਠੇ ਰਹੇ, ਉਦੋਂ ਦੋਸ਼ ਲੱਗਦੇ ਸੀ ਵੀ ਇਹ ਤਾਂ ਮਿਲਟਰੀ ਇੰਟੈਲੀਜੈਂਸ ਦੇ ਪੱਤਰਕਾਰ ਨੇ, ਤੇ ਉਹ ਫਿਰ ਵੀ ਉਹਨਾਂ ਨੂੰ ਸ਼ਾਹ ਜੀ ਉਹਨਾਂ ਨੂੰ ਵੀਜ਼ਾ ਵੀ ਐਕਸਟੈਂਡ ਕਰਦੇ ਰਹੇ। ਇਹਨਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਕਰਨ ਦੀ ਆਦਤ ਹੈ, ਕਿਉਂਕਿ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਡਰੋਨ ਦਾ ਮਤਲਬ ਕੀ ਆ। ਡਰੋਨ ਦੀ ਸਪਾਈਂਗ ਕਰਨ ਵਾਸਤੇ 50 ਕਿਲੋਮੀਟਰ 'ਚ BSF ਦੇ ਪਹਿਰੇ ਦੀ ਕੀ ਲੋੜ ਹੈ? ਉਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸਭ ਕੁਛ ਹੋ ਜਾਂਦਾ। ਉਹ ਕੋਈ ਤੁਹਾਡੇ ਘਰ 'ਚ ਬੰਦਿਆਂ ਨਾਲ ਹੋਣਾ। ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਉਹ ਮਿਲਣਗੇ ਗ੍ਰਹਿ ਮੰਤਰੀ ਨੂੰ, ਅਮਿਤ ਸ਼ਾਹ ਨੂੰ। ਉਦੋਂ ਇੱਕ ਸਟੇਟਮੈਂਟ ਆਉਂਦੀ ਹੈ, ਕਿਹਾ ਜਾ ਰਿਹਾ ਪਾਕਿਸਤਾਨ ਦੇ ਬਾਰਡਰ ਸੀਲ ਕਰ ਦਿਓ। ਉਹ ਕੁਰਸੀ ਨਾਲ ਕਮਿਟਡ ਹੈ। ਉਹ ਜਿਹੜੀ ਮਰਜ਼ੀ ਜਾਤ ਦਾ ਹੋਵੇ, ਜਿਹੜੇ ਮਰਜ਼ੀ ਧਰਮ ਦਾ ਹੋਵੇ, ਜਿਹੜੇ ਮਰਜ਼ੀ ਸੂਬੇ ਦਾ ਹੋਵੇ, ਉਹ ਕੁਰਸੀ ਬਚਾਉਣ ਵਾਸਤੇ ਕੁਝ ਵੀ ਕਹਿਣ ਨੂੰ ਤਿਆਰ ਹੈ। ਇੱਥੇ ਵੀ ਤਾਂ ਕਿ ਵੀ ਸਾਡੀ ਬਾਰਡਰ ਸੀਲ ਕਰੋ। ਕਿਉਂ ਕਰੋ ਸੀਲ ਬਾਰਡਰ? ਕੋਈ ਕਾਰਨ ਤਾਂ ਦੱਸੇ ਨਾ। ਕੈਪਟਨ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਕਿਸਾਨ ਤਾਂ ਜਿਹੜੇ ਨੇ ਕਿਸਾਨਾਂ ਕਰਕੇ ਵਿਕਾਸ ਰੁਕਿਆ। ਅਸਲ 'ਚ ਇਹ ਨਿਸ਼ਾਨਾ ਕਿਸਾਨੀ ਅੰਦੋਲਨ ਹੈ। ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਕੇਂਦਰ ਸਰਕਾਰ, ਹਿੰਦੂਵਾਦ ਦੀ ਪਾਲਿਸੀ ਖੇਡ ਰਿਹਾ ਅਕਾਲੀ ਦਲ, ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਕਾਂਗਰਸ, ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਆਪ। ਸੋ ਜੇ ਹਿੰਦੂਵਾਦ ਦੀ ਪਾਲਿਸੀ ਖੇਡਣਗੇ ਤਾਂ ਪਾਕਿਸਤਾਨ ਨੂੰ ਇਹ ਦੁਸ਼ਮਣ ਬਣਾਉਣਗੇ, ਸਿੱਖਾਂ ਨੂੰ ਇਹ ਦੁਸ਼ਮਣ ਬਣਾਉਣਗੇ, ਮੁਸਲਮਾਨਾਂ ਨੂੰ ਇਹ ਦੁਸ਼ਮਣ ਕਹਿਣਗੇ। ਕੇਂਦਰ ਸਰਕਾਰ ਵੱਲੋਂ BSF ਬਾਰਡਰ ਸਿਕਿਉਰਿਟੀ ਫੋਰਸ ਦਾ ਅਧਿਕਾਰ ਖੇਤਰ ਵਧਾਇਆ ਗਿਆ। ਪੰਜਾਬ 'ਚ ਇਸ ਫੈਸਲੇ ਨੂੰ ਲੈ ਕੇ ਕਾਫੀ ਵਿਰੋਧ ਹੋ ਰਿਹਾ। ਸਿਆਸੀ ਪਾਰਟੀਆਂ ਵੀ ਕਾਫੀ ਵਿਰੋਧ ਕਰ ਰਹੀਆਂ ਨੇ। ਇਸ ਮਸਲੇ ਉੱਤੇ ਹੋਰ ਜਾਣਕਾਰੀ ਲਵਾਂਗੇ। ਸਾਡੇ ਨਾਲ ਮੌਜੂਦ ਨੇ ਡਾਕਟਰ ਪਿਆਰ ਲਾਲ ਗਰਗ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਫੈਸਲੇ ਦਾ ਮਤਲਬ ਕੀ ਹੈ, ਕੀ ਮਨਸੂਬਾ ਹੈ ਕੇਂਦਰ ਦੀ ਸਰਕਾਰ ਦਾ। ਪਹਿਲਾਂ ਡਾਕਟਰ ਪਿਆਰ ਲਾਲ ਗਰਗ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ TV ਤੇ। ਗਰਗ ਸਾਹਿਬ, ਨਵਾਂ ਫੈਸਲਾ ਆਇਆ, ਅਧਿਕਾਰ ਖੇਤਰ ਵਧਾ ਦਿੱਤਾ ਗਿਆ 15 ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ। ਵੈਸਟ ਬੰਗਾਲ ਦਾ ਵੀ ਹੋਇਆ, ਹੋਰ ਸੂਬਿਆਂ ਦਾ ਵੀ ਹੋਇਆ, ਪੰਜਾਬ ਦਾ ਵੀ ਹੋਇਆ। ਕਾਫੀ ਵਿਰੋਧ ਹੋ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਫੈਸਲੇ? ਦੇਖੋ, ਪਹਿਲੀ ਗੱਲ ਇਹ ਆ ਵੀ ਕੇਂਦਰ ਉਹ ਸੰਵਿਧਾਨ ਪਿਆ ਸਾਡੇ ਸਾਹਮਣੇ, ਸੰਵਿਧਾਨ ਨੂੰ ਤੋੜ ਰਿਹਾ, ਸੰਵਿਧਾਨ ਦੇ ਉਲਟ ਜਾ ਕੇ ਸਭ ਕੁਝ ਕਰ ਰਿਹਾ। ਤੇ ਹੁਣ ਕੇਂਦਰ ਦੀ ਹਿੰਦੂਵਾਦ ਦੀ, ਹਿੰਦੂਤਵ ਦੀ ਜਿਹੜੀ ਪਾਲਿਸੀ ਹੈ ਉਹਨੂੰ ਲਾਗੂ ਕਰਨ ਵਾਸਤੇ ਜਿੱਥੇ ਜਿੱਥੇ ਕਿਸੇ ਤਰ੍ਹਾਂ ਦੀ ਮਿਨੋਰਟੀ ਹੈ, ਜਿਵੇਂ ਬੰਗਾਲੀਆਂ ਨੂੰ ਵੀ ਕਿਸਮ ਦੀ ਮਿਨੋਰਟੀ ਮੰਨਿਆ ਜਾਂਦਾ ਹੈ, ਤੇ ਉਹਦੇ ਵਿੱਚ ਵੀ ਅਸੀਂ ਜੀ ਇੱਥੇ ਸ਼ਾਂਤੀ ਇਹ ਤਾਂ ਕਰਦੇ ਨਹੀਂ। ਜਿਵੇਂ ਇੱਥੇ ਤਾਂ ਸਿੱਖਾਂ ਨੂੰ ਖਾਲਿਸਤਾਨੀ ਕਹਿ ਕੇ ਭੰਡਿਆ ਜਾਂਦਾ ਕਿ ਅਸੀਂ ਸ਼ਾਂਤੀ ਕਰਾਂਗੇ। ਇਹ ਸ਼ਾਂਤੀ ਦੇ ਨਾਂ ਦੇ ਬਹਾਨੇ ਤੇ ਪੰਜਾਬ ਦਾ ਤਕਰੀਬਨ ਅੱਧਾ ਏਰੀਆ 40% ਬਣਦਾ ਹੈ। 50,356 ਕਿਲੋਮੀਟਰ ਹੈ। ਜੇ ਅਸੀਂ ਆਪਦੀ ਇਹਦੀ ਟੋਟਲ ਬਾਰਡਰ ਦੇਖੀਏ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ, ਤੇ 50 ਕਿਲੋਮੀਟਰ ਅੰਦਰ ਨੂੰ ਆ ਗਿਆ। ਉਹਦਾ ਏਰੀਆ ਕੱਢਾਂਗੇ ਤਾਂ 40% ਏਰੀਆ। ਜੇ 40% ਸਟੇਟ ਦੇ ਵਿੱਚ ਪੁਲਿਸ, BSF, ਸੈਂਟਰ ਦੀ ਮਤਲਬ CRP ਦਾ, BSF ਦਾ ਰਾਜ ਹੋਣਾ ਹੈ ਜਾਂ ਮਿਲਟਰੀ ਦਾ ਵੀ ਹੋਣਾ। ਇੰਡਾਇਰੈਕਟਲੀ ਮਿਲਟਰੀ ਦਾ ਰਾਜ ਹੀ ਹੈ, ਕਿਉਂਕਿ ਕੇਂਦਰ ਨੇ ਲੜਿਆ। ਉਹ ਕਦੀ ਜ਼ਰੂਰੀ ਨਹੀਂ ਵੀ BSF ਹੀ ਗਸ਼ਤ ਕਰੇਗੀ। ਸੋ ਜਿਵੇਂ ਅਸੀਂ ਇਹ ਕੇਂਦਰ ਜਿਹੜਾ ਹੈ ਪੰਜਾਬ ਨਾਲ ਵਿਸ਼ੇਸ਼ ਕਰਕੇ, ਹਾਲਾਂਕਿ ਠੀਕ ਹੈ ਤੁਸੀਂ ਕਿਹਾ ਔਰ ਸੱਚ ਵੀ ਹੈ ਇਹ ਵੀ ਬੰਗਾਲ 'ਚ, ਅਸਾਮ 'ਚ ਔਰ ਪੰਜਾਬ 'ਚ, ਪਰ ਅਸਾਮ ਦੇ ਨਾਲ ਦਾ ਤਾਂ ਸਾਡਾ ਪੰਜਾਬ 'ਚ ਕੋਈ ਗੜਬੜ ਨਹੀਂ ਨਾ। ਦੂਜੀ ਗੱਲ, ਬੰਗਾਲ ਦੇ ਵਿੱਚ ਤਾਂ ਕੋਈ ਗੜਬੜ ਹੈ ਨਹੀਂ, ਉਹ ਉਹਨਾਂ ਦੀ ਆਪਦੀ ਪੋਲੀਟੀਕਲ ਉਹ ਹੈ। ਪਰ ਪੰਜਾਬ ਦੇ ਨਾਲ ਜਿਹੜਾ ਕਰਦੇ ਨੇ, ਕੇਂਦਰ ਨੇ JNK ਤੋੜਿਆ, UT ਬਣਾ ਲਿਆ, ਆਪਦਾ ਰਾਜ ਕਰਦੇ ਨੇ। ਪਰਸੋਂ 5 ਸ਼ਹੀਦ ਹੋਏ ਨੇ, 6 ਉਹਨਾਂ 'ਚੋਂ 4 ਪੰਜਾਬ ਦੇ ਨੇ, 3 ਪੰਜਾਬ ਦੇ ਐਕਚੁਅਲ ਨੇ, 4 ਸਿੱਖ ਨੇ। ਮਤਲਬ ਜੇ ਅਸੀਂ ਦੇਖੀਏ ਵੀ ਸ਼ਹੀਦੀਆਂ ਅਸੀਂ ਦਈਏ, ਨੜਕੀਆਂ ਕੇਂਦਰ ਕਰੇ। JNK 'ਚ ਤਾਂ ਸਾਡਾ ਕੋਈ ਤਲਕ ਨਹੀਂ ਨਾ ਉਸ ਤਰੀਕੇ ਨਾਲ। ਕੇਂਦਰ ਨੇ ਲਾੜਿਆ ਨਾ ਜ਼ੋਰ। 1.5 ਸਾਲ ਤੋਂ ਸਾਰਾ ਇੰਟਰਨੈਟ ਬੰਦ, ਪੱਤਰਕਾਰ ਉੱਥੇ ਬੰਦ, ਪੱਤਰਕਾਰਾਂ ਨੂੰ ਅੰਦਰ ਤੱਕ ਕਰ ਦਿੱਤਾ ਗਿਆ ਔਰ ਬਹੁਤ ਬੁਰੀ ਤਰ੍ਹਾਂ
ਡੀਲ ਕਰਿਆ ਗਿਆ, ਜਦ ਕਿ ਇੱਕ ਚੌਥਾ ਥੰਮ ਹੈ ਇਹਨੂੰ ਬਚਾਉਣਾ ਚਾਹੀਦਾ ਸੀ। ਸੋ ਇਹਦਾ ਮਤਲਬ ਕੇਂਦਰ ਵੀ ਕੋਈ ਐਂ ਨਹੀਂ ਹੈ ਵੀ ਕਾਮਯਾਬੀ ਕਰ ਸਕਦਾ, ਕੇਂਦਰ ਦੇ ਇਰਾਦੇ ਮਾੜੇ ਨੇ। ਉਹਦੇ ਉੱਤੇ ਪੋਲੀਟੀਕਲ ਪਾਰਟੀਆਂ ਠੀਕ ਬੋਲੀਆਂ, ਮੈਂ ਕਹਿੰਦਾ ਚੰਗਾ ਬੋਲ ਪਈਆਂ, ਇਹਨਾਂ ਨੂੰ ਬੋਲਣਾ ਚਾਹੀਦਾ ਸੀ, ਇਹ ਤਾਂ ਅੱਜ ਤੱਕ ਬੋਲੀਆਂ ਹੀ ਨਹੀਂ। ਇਹ ਤਾਂ ਜੇ ਉਹ GST ਲਾਇਆ ਤੇ ਗਿੱਧਾ ਪਾਉਣ ਲੱਗੇ ਸਾਡਾ ਫਾਈਨੈਂਸ ਮਿਨਿਸਟਰ, ਤਾਂ ਵੀ ਬਹੁਤ ਵਧੀਆ ਹੋ ਗਿਆ, ਫਿਰ ਮੁੜ ਕੇ ਰੋਣ ਲੱਗੇ। ਸੜਕਾਂ ਦੇ ਉੱਤੇ ਉਹਨਾਂ ਨੇ ਰੋਡ ਟਰਾਂਸਪੋਰਟ ਸਰਫੇਸ ਟਰਾਂਸਪੋਰਟ ਐਕਟ ਲੈ ਜਾਂਦਾ, ਪਾਣੀ 'ਤੇ ਉਹਨਾਂ ਨੇ ਲੈ ਜਾਂਦਾ, ਜੰਗਲਾਂ 'ਤੇ ਉਹਨਾਂ ਨੇ ਲੈ ਜਾਂਦਾ, ਖੇਤੀ ਦੇ ਤਾਂ ਆਪਾਂ ਨੂੰ ਪਤਾ ਹੀ ਹੈ ਜੋ ਕੁਛ ਹੋ ਰਿਹਾ। ਫਿਰ ਸਾਡੇ ਕੋਲ ਛੱਡਿਆ ਕਿ UAPA ਨਾਲ ਪਹਿਲਾਂ ਹੀ ਸਾਨੂੰ ਤੰਗ ਕਰੀ ਜਾਂਦੇ ਨੇ। ਆ ਨਵਾਂ ਸ਼ਹਿਰ ਦੇ ਬੱਚੇ ਫੜ ਕੇ ਅੰਦਰ ਕਰਤੇ ਸੀ ਵੀ ਤੁਹਾਡੇ ਕੋਲ ਜੀ ਖਾਲਿਸਤਾਨ ਦਾ ਪਰਚਾ ਮਿਲਿਆ। ਹਾਲਾਂਕਿ ਸੁਪਰੀਮ ਕੋਰਟ ਤੱਕ ਇਹ ਹੋ ਗਿਆ ਕਿ ਕਿਸੇ ਕੋਲ ਕੋਈ ਲਿਟਰੇਚਰ ਪਿਆ ਹੋਣਾ ਕੋਈ ਗੁਨਾਹ ਨਹੀਂ। ਲਿਟਰੇਚਰ ਤਾਂ ਵਿਦਵਤਾ ਦੀ ਨਿਸ਼ਾਨੀ ਹੈ, ਔਰ ਲਿਟਰੇਚਰ ਸਾਰਾ ਪੜ੍ਹਿਆ ਜਾਂਦਾ ਦੁਨੀਆ 'ਚ, ਉਹਨਾਂ ਦਾ ਵੀ ਪੜ੍ਹਿਆ ਜਾਂਦਾ ਜਿਨ੍ਹਾਂ ਨੇ ਟੈਰਰਿਸਟ, ਈਵਨ ਮਿਲਟਰੀ ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ ਵਾਸਤੇ ਉਹਨਾਂ ਦਾ ਲਿਟਰੇਚਰ ਪੜ੍ਹਦੀ ਹੋਈ ਟੈਰਰਿਸਟ ਕੀ ਕਰਦੇ ਨੇ, ਜਿਨ੍ਹਾਂ ਨੂੰ ਟੈਰਰਿਸਟ ਗਿਰਾਉਂਦੀ ਹੈ। ਸੋ ਲਿਟਰੇਚਰ ਪੜ੍ਹਨਾ, ਹਿਸਟਰੀ ਪੜ੍ਹਨਾ, ਵਿਦਵਤਾ ਹੋਣੀ, ਆਪਦੇ ਕੰਮ 'ਚ ਤਾਕ ਹੋਣਾ। ਤੁਸੀਂ ਪੱਤਰਕਾਰ ਹੋ, ਤੁਸੀਂ ਕਿਉਂ ਨਹੀਂ ਪੜ੍ਹੋਗੇ ਵੀ ਖਾਲਿਸਤਾਨੀ ਜਾਂ ਦੂਜੇ ਉਲਫਾ ਵਾਲੇ ਜਾਂ RSS ਦੇ ਉਹ ਬੰਦੇ ਕੀ ਕਰਦੇ ਨੇ ਡੰਡੇ ਚੁੱਕੇ। ਹੁਣ ਉਹਨਾਂ ਨੇ ਪੰਜਾਬ 'ਚ ਕਿਹਾ ਵੀ ਅਸੀਂ ਡੰਡਿਆਂ ਨਾਲ ਜਲੂਸ ਨਹੀਂ ਕੱਢਾਂਗੇ ਐਤਕੀ ਦੁਸਹਿਰੇ 'ਤੇ। ਕਿਉਂ ਕਿਹਾ? ਇਹ ਕਿਹਾ ਇਹ ਦੱਸਣ ਵਾਸਤੇ ਵੀ ਸ਼ਾਇਦ ਇੱਥੇ ਕੋਈ ਸ਼ਾਂਤੀ ਹੈ। ਇਹ ਨਹੀਂ ਹੈ ਕਿ ਕਿਸਾਨ ਇਹਨਾਂ ਦਾ ਵਿਰੋਧ ਕਰਨਗੇ, ਉਹ ਸਿੱਧਾ ਕਹਿੰਦੇ ਵੀ ਦੇਖੋ ਜੀ ਕਿਸਾਨ ਸਾਡਾ ਵਿਰੋਧ ਕਰ ਰਹੇ ਨੇ, ਅਸੀਂ ਕਿਸਾਨਾਂ ਦਾ ਪੰਗਾ ਨਹੀਂ ਲੈਣਾ ਚਾਹੁੰਦੇ। ਇਹ ਕਹਿਣ ਫਿਰ ਓਪਨਲੀ, ਇਹ ਕਹਿੰਦੇ ਨਹੀਂ। ਇਹ ਤਾਂ ਰੋਜ਼ ਇਹਨਾਂ ਦਾ ਗਰੇਵਾਲ, ਉਹ ਜਾਨੀ ਸਾਹਿਬ ਤਾਂ ਘੱਟੋ ਗਰੇਵਾਲ ਤਾਂ ਰੋਜ਼ ਹੀ ਬੋਲਦਾ, ਕਿਉਂਕਿ ਉਹ ਤਾਂ ਆਪਦੇ ਆਪ ਨੂੰ CM ਸਮਝਦਾ ਪੰਜਾਬ ਦਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਮੁੱਢ ਕਿੱਥੋਂ ਵੱਜਿਆ ਗਿਆ? ਬਾਕੀਆਂ ਦਾ ਤਾਂ ਹੈ ਬਹਾਨਾ, ਨਜ਼ਰੇ ਕਹੀਂ ਨਿਸ਼ਾਨਾ ਕਹੀਂ। ਇਹ ਆਸਾਮ ਦਾ, ਬੰਗਾਲ ਦਾ ਸਾਰਾ ਬਹਾਨਾ ਹੈ। ਗੁਜਰਾਤ ਦੇ ਵਿੱਚ ਘਟਾਤਾ, ਗੁਜਰਾਤ ਦੀ ਤਾਂ ਐਡੀ ਵੱਡੀ ਬਾਰਡਰ ਲੱਗਦੀ ਹੈ ਪਾਕਿਸਤਾਨ ਦੇ ਨਾਲ, 80 ਤੋਂ 50 ਕਰਤਾ ਹੈ। ਔਰ ਗੁਜਰਾਤ ਦੇ ਰਾਹੀਂ ਟੈਰਰਿਸਟ ਆਏ ਸੀ, ਜਿਹੜੇ ਕਿਸ਼ਤੀ ਰਾਹੀਂ ਆਏ ਸੀ, ਸਾਰਾ ਕੁਝ ਸਭ ਨੂੰ ਪਤਾ ਹੈ ਵੀ ਗੁਜਰਾਤ ਦੇ ਰਾਹੀਂ ਸਭ ਵੱਡੇ ਟੈਰਰਿਸਟ ਆਏ ਨੇ। ਗੁਜਰਾਤ ਦੇ ਰਾਹੀਂ ਉਹ ਬੰਦਰਗਾਹ 'ਤੇ ਹੁਣੀ ਹੈਰੋਇਨ ਜਿਹੜੀ ਫੜੀ ਗਈ ਹੈ ਉਹ ਗੁਜਰਾਤ ਦਾ ਵਾਇਆ ਹੀ ਚੱਲਦਾ, ਭਾਵੇਂ ਫੜੀ ਦੂਜੀ ਬੰਦਰਗਾਹ ਤੋਂ ਹੈ। ਸੋ ਇਸ ਕਰਕੇ ਜਿੱਥੇ ਤਾਂ ਟੈਰਰਿਸਟ ਐਕਟੀਵਿਟੀ ਜਾਂ ਐਂਟੀ ਨੈਸ਼ਨਲ ਐਕਟੀਵਿਟੀ ਜਾਂ ਕਹਿ ਲਓ ਵੀ ਨਸ਼ਿਆਂ ਦਾ ਤਸਕਰੀ ਹੋ ਰਹੀ ਹੈ ਜ਼ਿਆਦਾ, ਉਹਨੂੰ ਤਾਂ ਕੁਝ ਕਹਿ ਨਹੀਂ ਰਿਹਾ, ਉਹਦਾ ਏਰੀਆ ਘਟਾਤਾ। ਜਿੱਥੇ ਇਹ ਕੁਝ ਨਹੀਂ ਹੋ ਰਿਹਾ ਉਸ ਤਰੀਕੇ ਦਾ, ਇਹ ਠੀਕ ਹੈ। ਨਸ਼ਿਆਂ ਨੂੰ ਬਾਰਡਰ ਕ੍ਰਾਸ ਬਾਰਡਰ ਰੋਕਣਾ ਸੀ, ਇਹਨਾਂ ਨੇ ਰੋਕਣਾ ਸੀ ਨਾ। ਜਦ ਸੁਲਵਿੰਦਰ ਸਿੰਘ ਫੜਿਆ ਗਿਆ ਸੀ ਉਦੋਂ ਫਿਰ ਕਰਦੇ ਨਾ ਗੱਲ। ਜਦ ਇਹਨਾਂ ਦਾ ਇੱਕ ਉੱਥੇ ਫੜਿਆ ਗਿਆ DSP JNK 'ਚ, ਅਤੇ ਉਹ ਤਾਂ ਸ਼ਰੇਆਮ ਹੀ ਟੈਰਰਿਸਟਾਂ ਨੂੰ ਲੈ ਕੇ ਜਾ ਰਿਹਾ ਸੀ, ਫਿਰ ਉਹਦੇ 'ਤੇ ਕਰ ਲੈਂਦੇ ਨਾ ਐਕਸ਼ਨ। ਸੋ ਇਹ ਬਹਾਨਾ ਲਾਉਂਦੇ ਨੇ। ਇਹ ਪੰਜਾਬ ਦੇ ਵਿੱਚ ਜਿਹੜੀ ਮੈਂ ਕਹਿਣ ਲੱਗਿਆ ਸੀ, ਦੁਬਾਰਾ ਕਹਿਣਾ ਕਿ ਜਦ ਰਾਜ ਸਭਾ ਦੇ ਵਿੱਚ ਮੋਦੀ ਸਾਹਿਬ ਨੇ ਭਾਸ਼ਣ ਦਿੱਤਾ ਜਨਵਰੀ ਦੇ ਵਿੱਚ, ਐਂਡ ਦੇ ਵਿੱਚ ਕਰੀਬ ਹੈ ਐਸੇ ਸਾਲ, ਉੱਥੇ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਕਿਸਾਨ ਮੂਵਮੈਂਟ ਦੇ ਵਿੱਚ ਖਾਲਿਸਤਾਨੀ ਐਲੀਮੈਂਟ ਆ ਵੜਿਆ, ਇਹ ਆਪਣੇ ਆਪ ਨੂੰ ਸਾਂਭ ਲੈਣ, ਨਹੀਂ ਤਾਂ 47 ਦੇ ਦੰਗਿਆਂ ਨੂੰ ਔਰ 84 ਦੇ ਦੰਗਿਆਂ ਨੂੰ ਯਾਦ ਰੱਖਣ। ਪਹਿਲੀ ਗੱਲ 84 ਨੂੰ ਦੰਗੇ ਕਹਿਣਾ ਆਪਣੇ ਆਪ 'ਚ ਗਲਤ ਸੀ, ਆਪਣੇ ਆਪ ਪੰਜਾਬੀਆਂ ਨਾਲ ਧੱਕਾ ਸੀ। ਕੋਈ ਦੰਗਾ ਨਹੀਂ ਹੋਇਆ ਪੰਜਾਬ 'ਚ, ਤਾਂ ਬਾਹਰ ਪੰਜਾਬੀਆਂ ਨੂੰ ਮਾਰਿਆ ਗਿਆ, ਵਿਸ਼ੇਸ਼ ਕਰਕੇ ਸਿੱਖਾਂ ਨੂੰ ਫੜ ਕੇ ਮਾਰਿਆ ਗਿਆ, ਟਹਿਰਾਂ ਪਾ ਕੇ ਮਾਰਿਆ ਗਿਆ। ਇਹਨੂੰ ਦੰਗੇ ਕਹਿੰਦੇ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ। ਤਾਂ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਤੁਸੀਂ ਘੱਟੋ ਘੱਟ ਇਨਸਾਫ ਦੀ ਗੱਲ ਤਾਂ ਕਰੋ ਨਾ। ਤੁਸੀਂ ਤਾਂ ਉੱਚੀ ਕੁਰਸੀ 'ਤੇ ਬੈਠੇ ਹੋ, ਤੁਸੀਂ ਤਾਂ ਦੇਸ਼ ਦੇ ਹੁਕਮਰਾਨ ਹੋ ਔਰ ਸਭ ਤੋਂ ਉੱਚੇ ਹੁਕਮਰਾਨ ਹੋ, ਔਰ ਤੁਸੀਂ ਕਹਿੰਦੇ ਮੇਰੀ ਦੁਨੀਆ 'ਚ ਸਾਰੀ ਤੁਸੀਂ ਬੋਲਦੀ ਹੈ, ਫਿਰ ਤੁਸੀਂ ਇਨਸਾਫ ਦੀ ਗੱਲ ਤਾਂ ਕਹੋ ਨਾ। ਤੁਸੀਂ ਪੰਜਾਬੀਆਂ ਨੂੰ ਧੱਕਾ ਕਰਦੇ ਹੋ। ਸੋ ਇਸ ਕਰਕੇ ਇਹ ਜਿਹੜਾ ਵਧਾਇਆ ਗਿਆ ਇਹ ਬਿਲਕੁਲ ਨਜਾਇਜ਼ ਵਧਾਇਆ ਗਿਆ। ਇੱਥੇ ਇੱਕ ਕਿਸਮ ਦਾ ਮਿਲਟਰੀ ਰਾਜ ਕਰਨ ਦੀ ਸਕੀਮ ਹੈ। ਜਿਹੜੀ ਪ੍ਰਧਾਨ ਮੰਤਰੀ ਨੇ ਉੱਥੇ ਬਿਆਨ ਦਿੱਤਾ ਜਿਹੜਾ, ਉਹ ਕਿਸਾਨਾਂ ਰਾਹੀਂ ਤਾਂ ਪੂਰਾ ਨਹੀਂ ਕਰ ਸਕੇ, ਕਿਉਂਕਿ ਕਿਸਾਨਾਂ ਨੇ ਤਾਂ ਸ਼ਾਂਤਮਈ ਰਹੇ ਨੇ। ਹੁਣ ਉਹ ਵੈਸੇ ਨੌਜਵਾਨਾਂ ਨੂੰ ਫੜ ਕੇ ਮਾਰਨਗੇ ਔਰ ਮੁੜ ਕੇ 84 ਵਰਤਾਉਣਗੇ, ਕਿਉਂਕਿ ਇਹ ਨਹੀਂ ਚਾਹੁੰਦੇ ਪੰਜਾਬ ਦਾ ਜਿਹੜਾ ਨੌਜਵਾਨ ਹੈ, ਵੈਸੇ ਤਾਂ ਪੰਜਾਬ ਦੇ ਸਾਰੇ, ਪੰਜਾਬ ਦਾ ਨੌਜਵਾਨ ਥੋੜ੍ਹਾ ਜ਼ਿਆਦਾ ਗਰਮ ਹੁੰਦਾ ਹੈ, ਅਣਖੀ ਹੈ, ਉਹ ਜੋਸ਼ੀਲਾ ਹੈ, ਉਹ ਨਹੀਂ ਚਾਹੁੰਦਾ। ਇਸੇ ਕਰਕੇ ਇਸ ਆਜ਼ਾਦੀ 'ਚ ਸ਼ਹੀਦ ਭਗਤ ਸਿੰਘ, ਆਪਣਾ ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਹੋਣੀ, ਉਹਨਾਂ ਨੇ ਕਿਉਂ ਦਿੱਤੀਆਂ ਕੁਰਬਾਨੀਆਂ। ਅਸੀਂ ਭਗਤੀ 'ਚ ਵੀ ਅਤੇ ਸ਼ਕਤੀ 'ਚ ਵੀ, ਦੋਨਾਂ 'ਚ ਹੀ ਤਕੜੇ ਹਾਂ। ਇਹ ਦੋਨੋਂ ਤੋਂ ਡਰਦੇ ਨੇ, ਇਹ ਭਗਤੀ ਤੋਂ ਵੀ ਡਰਦੇ, ਕਹਿੰਦੇ ਨੇ ਅਸੀਂ ਰੱਬ ਦੇ ਨਾਂ ਲੈਂਦੇ ਹਾਂ, ਇਹ ਭਗਤੀ ਤੋਂ ਵੀ ਡਰਦੇ ਨੇ, ਸ਼ਕਤੀ ਤੋਂ ਵੀ ਡਰਦੇ ਨੇ, ਕਿਉਂਕਿ ਭਗਤੀ ਸ਼ਕਤੀ ਦਿੰਦੀ ਹੈ, ਮਾਨਸਿਕ ਸ਼ਕਤੀ ਵੀ, ਸਰੀਰਕ ਸ਼ਕਤੀ ਵੀ, ਅਤੇ ਵਿਰੋਧੀ ਨਾਲ ਜਿਹੜਾ ਸਾਨੂੰ ਖਰਾਬ ਕਰਦਾ ਉਹਦੇ ਨਾਲ ਲੜਨ ਦੀ ਸ਼ਕਤੀ ਵੀ। ਸੋ ਅੱਜ ਇਹ ਮਾੜੀ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਸਿਆਸੀ ਪਾਰਟੀਆਂ ਨੂੰ ਕੱਢੇ ਲੜਨ ਦੀ ਬਜਾਏ ਇਸ ਗੱਲ 'ਤੇ ਇਕੱਠੇ ਹੋ ਜਾਣਾ ਚਾਹੀਦਾ ਵੀ ਹੁਣ ਤੱਕ ਅਸੀਂ ਚੁੱਪ ਰਹੇ ਸੀ, ਹੁਣ ਅਸੀਂ ਪੰਜਾਬ ਦੇ ਹੱਕ ਲੈ ਕੇ ਛੱਡਾਂਗੇ। ਤੁਸੀਂ ਛੱਡੋ, ਤੁਹਾਡੀ ਫੌਜ ਪੁਲਿਸ ਕਿਹੜੀ ਭੇਜ ਦਿਓ, ਲਾਓ ਜੋੜ ਜਿਹੜਾ ਲਾਣਾ। ਇਹ ਗਲਤ ਕਹਿ ਰਹੇ ਨੇ, ਕੇਂਦਰ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਅਤੇ ਜੇ ਕਿਹਾ ਜਾ ਰਿਹਾ ਕਿ ਚੰਨੀ ਸਾਹਿਬ ਨੇ ਸਹਿਮਤੀ ਦਿੱਤੀ ਹੈ ਨਹੀਂ, ਉਹਨਾਂ ਦਾ ਬਿਆਨ ਆਇਆ ਸੀ। ਸਭ ਤੋਂ ਪਹਿਲਾਂ ਸਹਿਮਤੀ ਤਾਂ ਕੱਲ੍ਹ ਦੇ ਜਦੋਂ ਫੈਸਲਾ ਆਇਆ, ਸਭ ਤੋਂ ਪਹਿਲੀ ਸਹਿਮਤੀ ਤਾਂ ਹੁਣ ਸਿੱਧੇ ਤਰੀਕੇ ਨਾਲ ਤਾਂ ਟਵੀਟ ਕਰਕੇ ਮੀਡੀਆ ਐਡਵਾਈਜ਼ਰ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ। ਜਿਹੜੇ ਸਾਬਕਾ CM ਸੀਗੇ ਉਹਨਾਂ ਨੇ ਹਮਾਇਤ ਕੀਤੀ ਹੈ ਵੀ ਬਹੁਤ ਵਧੀਆ ਡਿਸੀਜਨ ਹੈ, ਇਹ ਹੋਣਾ ਚਾਹੀਦਾ। ਮੈਂ ਆਉਣਾ ਵਾਸਤੇ
ਸੋ ਉਹਨਾਂ ਨੇ ਦਿੱਤੀ ਨਹੀਂ ਦਿੱਤੀ ਉਹ ਤਾਂ ਉਹ ਜਾਣਨ, ਪਰ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਕੈਪਟਨ ਸਾਹਿਬ ਦਾ ਤਾਂ ਸ਼ੁਰੂ ਤੋਂ ਹੀ ਉਹ ਤਾਂ ਕਿਉਂਕਿ ਫੌਜੀ ਉਹ ਤਾਂ ਕਹਿੰਦੇ ਜਦ ਜੀਪ ਦੇ ਨਾਲ ਬੰਨ੍ਹ ਕੇ ਨੌਜਵਾਨ ਨੂੰ ਉਹਨਾਂ ਨੇ JNK 'ਚ ਕਰਿਆ ਸੀ, ਉਹ ਤਾਂ ਕਹਿੰਦੇ ਇਹ ਵੀ ਠੀਕ ਹੈ। ਉਹ ਤਾਂ ਕਹਿੰਦੇ ਮੈਂ ਤਾਂ ਪਾਕਿਸਤਾਨ 'ਚ ਘੁਸ ਕੇ ਆਪਦੀ ਪੁਲਿਸ ਭੇਜ ਦੂੰਗਾ ਪਾਕਿਸਤਾਨ ਨੂੰ, ਕਿਉਂਕਿ ਕੈਪਟਨ ਸਾਹਿਬ ਤਾਂ ਲਾਂਘਾ ਖੋਲ੍ਹਣ ਵੇਲੇ ਵੀ ਇਹੀ ਕੁਛ, ਕੈਪਟਨ ਸਾਹਿਬ ਤਾਂ ਪਾਕਿਸਤਾਨ ਬੈਸ਼ਿੰਗ 'ਤੇ ਉਹੀ ਕੁਛ ਕਰ ਰਹੇ ਨੇ ਜੋ ਕੁਛ BJP ਵਰਗ ਤੋਂ 2 ਕਦਮ ਅੱਗੇ ਨੇ। ਸੋ ਇਹ ਮੈਂ ਪੜ੍ਹ ਲਿਆ ਕੈਪਟਨ ਦਾ ਬਿਆਨ ਵੀ, ਕੈਪਟਨ ਸਾਹਿਬ ਨੇ ਕਹਿੰਦਾ ਹਾਂਜੀ ਇਹ ਤਾਂ ਠੀਕ ਕਰਿਆ, ਕਿਉਂਕਿ ਕੈਪਟਨ ਸਾਹਿਬ ਦੀ ਜਿਹੜੀ ਮਨੋ ਤਿਆਰੀ ਹੈ ਉਹ ਉਂਝ ਕਾਂਗਰਸ 'ਚ ਰਹੇ ਸੀ, ਹੁਣ ਭਾਵੇਂ ਛੱਡ ਗਏ ਆਪਦੇ ਆਪ ਹੀ, ਉਹ ਪਾਰਟੀਆਂ ਤਾਂ ਕਈ ਬਦਲਦੇ ਨੇ, ਪਰ ਉਹਨਾਂ ਦੀ ਮਾਨਸਿਕਤਾ ਉਹ BJP ਵਾਲੀ ਆ ਵੀ ਲੋਕਾਂ ਨੂੰ ਕੁੱਟ ਕੇ ਰਾਜ ਕਰਨਾ ਚਾਹੀਦਾ ਹੈ। ਜਾਂ ਵਿਲਾਸੀ ਨਾਲ ਰਾਜ ਕਰੋ, ਕਿਉਂਕਿ ਰਾਜਾਂ ਦਾ ਕੰਮ ਹੀ ਇਹੀ ਸੀ, ਜਾਂ ਵਿਲਾਸਤਾ ਨਾਲ ਰਾਜ ਕਰੋ ਜਾਂ ਕੁੱਟ ਕੇ ਰਾਜ ਕਰੋ। ਐਤਕੀ ਕੁੱਟ ਤਾਂ ਸਕੇ ਨਹੀਂ ਸੀ ਉਹ, ਐਤਕੀ ਵਿਲਾਸਤਾ 'ਚ ਫਸੇ ਹੋਏ ਸੀ, ਪਹਿਲਾਂ ਕੁੱਟ ਕੇ ਲੋਕਾਂ ਨੂੰ। ਪਰ ਪਿਛਲੇ ਮੁੱਖ ਮੰਤਰੀ ਨੂੰ ਪੁੱਠਾ ਬੋਲੇ ਉਹ 2002 ਤੋਂ 7 ਵਾਲੀ ਸਰਕਾਰ 'ਚ ਅਸੈਂਬਲੀ 'ਚ। ਮੈਂ ਕਹਿੰਦਾ ਮੁੱਖ ਮੰਤਰੀ ਚੰਗਾ ਜਾਂ ਮਾੜਾ ਹੈ, ਆਫਟਰ 4-5 ਵਾਰੀ ਮੁੱਖ ਮੰਤਰੀ ਰਹੇ ਨੇ, ਉਹਨਾਂ ਨਾਲ ਕੋਈ ਗੱਲ ਤੁਸੀਂ ਤਰੀਕੇ ਨਾਲ ਤਾਂ ਗੱਲ ਕਰੋ ਨਾ, ਸਲੀਕਾ ਤਾਂ ਕੋਈ ਚੀਜ਼ ਹੁੰਦੀ ਹੈ ਨਾ। ਇਹਨਾਂ ਨੇ ਸਲੀਕਾ ਵੀ ਛੱਡਿਆ, ਇਹਨਾਂ ਨੇ ਪੰਜਾਬ ਦੇ ਹਿੱਤਾਂ ਨੂੰ ਗਹਿਣੇ ਧਰਿਆ ਇਸ ਤਰੀਕੇ ਨਾਲ। ਐਤਕੀ 4.5 ਸਾਲ 'ਚ ਆਪਾਂ ਨੂੰ ਪਤਾ ਜੋ ਕਰਿਆ। ਸੋ ਕੈਪਟਨ ਸਾਹਿਬ ਦਾ ਜਿਹੜੀ ਰੋਜ਼ ਦੀ ਬਿਆਨਬਾਜ਼ੀ ਹੈ, ਇਹ ਜੀ ਪਾਕਿਸਤਾਨ ਇਹ ਕਰ ਦੂ ਇਹ ਕਰ ਦੂ, ਪਾਕਿਸਤਾਨ ਚਿੜੀ ਦੇ ਪਹੁੰਚੇ ਜਿੰਨਾ ਸਾਡੇ ਵਾਸਤੇ। ਚੀਨ ਤਾਂ ਸਾਨੂੰ ਕੁਛ ਇੰਨਾ ਕਰ ਨਹੀਂ ਸਕਿਆ, ਪਾਕਿਸਤਾਨ ਨੇ ਸਾਨੂੰ ਕਿੱਥੋਂ ਕਰ ਲੈਣਾ। ਇਹ ਖਾਲਿਸਤਾਨੀਆਂ ਦਾ ਪਾਕਿਸਤਾਨ ਦਾ ਐਵੇਂ ਨਾਅਰਾ ਦੇ ਕੇ 48 'ਚ 65 'ਚ 71 'ਚ ਅਤੇ 98 'ਚ ਪਾਕਿਸਤਾਨ ਨੇ ਕੀ ਕਰਦਾ ਸਾਡਾ। 71 ਦੇ ਵਿੱਚ ਤਾਂ ਆਪਦਾ ਸਮਾਂ ਇੱਕ ਟੋਟਾ ਗਵਾ ਬੈਠੇ। ਸੋ ਇਸ ਕਰਕੇ ਭੁਲੇਖਾ ਇਹਨਾਂ ਨੂੰ। ਪਰ ਇੱਕ ਗੱਲ ਹੋਰ ਵੀ ਯਾਦ ਰੱਖਣੀ ਚਾਹੀਦੀ ਹੈ, 65 ਦੀ ਵਾਰ ਦੇ ਵਿੱਚ ਜਿਹੜਾ ਅਬਦੁਲ ਹਮੀਦ ਸੀ ਜਿਹਨੇ ਇੱਛੋਗਿਰ ਨਹਿਰ ਨੂੰ ਉਡਾਇਆ ਸੀ, ਉਹ ਮੁਸਲਮਾਨ ਵੀ ਸੀ ਅਤੇ ਪੰਜਾਬੀ ਵੀ ਸੀ। 71 ਦੀ ਵਾਰ ਦੇ ਵਿੱਚ ਦੂਜਾ ਹਰਬਖਸ਼ ਸਿੰਘ, ਜਨਰਲ ਹਰਬਖਸ਼ ਸਿੰਘ, ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ। 71 ਦੀ ਵਾਰ ਦੇ ਵਿੱਚ ਜਗਜੀਤ ਸਿੰਘ ਅਰੋੜਾ ਉਹਨੇ ਨਿਆਜ਼ੀ ਤੋਂ ਹਥਿਆਰ ਸੁਟਾਏ ਸੀ ਬੰਗਲਾਦੇਸ਼ ਦੇ ਵਿੱਚ। ਅਤੇ ਜੋ ਮਰਜ਼ੀ ਸਾਡੇ ਜਰਨਲ ਸੀ ਜਿਹਨੇ ਮੁਕਤੀ ਬੈਣੀ ਬਣਾਈ ਹੋਈ ਸੀ ਉੱਥੇ, ਉਹ ਵੱਖਰੀ ਗੱਲ ਆ ਵੀ ਬਾਅਦ 'ਚ ਉਹਨੇ ਕੀ ਕਰਿਆ। ਉਹ ਜਾਤੀ ਹੁੰਦੀ ਹੈ ਤਾਂ ਕਈ ਬੰਦੇ ਇਸ ਤਰ੍ਹਾਂ ਕਰਦੇ ਨੇ। ਸੋ ਜੇ ਪੰਜਾਬੀ ਜਰਨਲਾਂ ਨੇ 65 'ਚ ਵੀ 71 'ਚ ਵੀ 98 'ਚ ਵੀ ਹੁਣ ਵੀ ਆਪਾਂ ਤਾਜ਼ਾ ਦੇਖਦੇ ਹਾਂ, ਅਤੇ ਜੇ ਪੰਜਾਬ ਨਾਲ ਕੇਂਦਰ ਇਸ ਤਰ੍ਹਾਂ ਦਾ ਧੱਕਾ ਕਰੇਗਾ, ਇਸ ਤਰ੍ਹਾਂ ਦੀ ਕੋਸ਼ਿਸ਼ ਕਰੇਗਾ, ਉਹ ਪੰਜਾਬੀਆਂ ਨਾਲ ਤਾਂ ਧੱਕਾ ਹੋਏਗਾ, ਦੇਸ਼ ਨਾਲ ਵੀ ਧੱਕਾ, ਦੇਸ਼ ਦੀ ਪ੍ਰਭੂਸੱਤਾ ਨੂੰ ਖਤਰਾ ਹੋਏਗਾ। ਕਿਉਂਕਿ ਦੇਸ਼ ਦੀ ਪ੍ਰਭੂਸੱਤਾ ਨੂੰ, ਦੇਸ਼ ਦੇ ਅਰਥਚਾਰੇ ਨੂੰ, ਦੇਸ਼ ਦੀ ਏਕਤਾ ਨੂੰ, ਦੇਸ਼ ਦੇ ਵਿੱਚ ਰੂਹਾਨੀਅਤ ਨੂੰ ਜੇ ਕਿਸੇ ਨੇ ਬਚਾਇਆ, ਸਭ ਤੋਂ ਜ਼ਿਆਦਾ ਪੰਜਾਬ ਨੇ ਬਚਾਇਆ। ਸਭ ਤੋਂ ਜ਼ਿਆਦਾ ਕੁਰਬਾਨੀ ਕਰੀ। ਅਸੀਂ ਆਪਣੀ ਮਿੱਟੀ ਕੁਰਬਾਨ ਕਰਤੀ, ਪਾਣੀ ਕੁਰਬਾਨ ਕਰਤਾ, ਹਵਾ ਕੁਰਬਾਨ ਕਰਤੀ, ਪਰ ਮੁਲਕ ਨੂੰ ਭੁੱਖਾ ਨਹੀਂ ਮਰਨ ਦਿੱਤਾ, ਲੋਕਾਂ ਨੂੰ ਅੱਗੇ ਝੋਲੀ ਨਹੀਂ ਅੱਡਣ ਦਿੱਤੀ। ਅਸੀਂ ਆਪਣੀ ਜਵਾਨੀ ਕੁਰਬਾਨ ਕਰਤੀ, ਅਸੀਂ ਬਾਰਡਰ ਤੋਂ ਪਾਕਿਸਤਾਨ ਤੋਂ ਇੱਧਰ ਟੱਪਣ ਨਹੀਂ ਦਿੱਤਾ। ਜਿਹੜੇ ਕਹਿੰਦੇ ਸੀ ਅਸੀਂ ਤਾਂ ਜਾ ਕੇ ਜਲੰਧਰ ਰੋਟੀ ਖਾਵਾਂਗੇ, ਬਿਆਸ ਰੋਟੀ ਖਾਵਾਂਗੇ, ਉਹਨਾਂ ਨੂੰ ਅਸੀਂ ਵਾਹਗਾ ਨਹੀਂ ਟੱਪਣ ਦਿੱਤਾ। ਇਹ ਅਸੀਂ ਕਰਿਆ, ਪੈਟਰਨ ਟੰਕ ਅਸੀਂ ਤੋੜੇ ਨੇ ਉਹਨਾਂ ਦੇ। ਸੋ ਇਸ ਕਰਕੇ ਜਿਹੜਾ ਇਹ ਅੱਜ ਜਿਹੜੇ ਹੁਕਮਰਾਨ ਨੇ, ਇਹਨਾਂ ਨੇ ਤਾਂ ਕਦੇ ਕੋਈ ਕੁਰਬਾਨੀ ਨਹੀਂ ਕਰੀ, ਇਹਨਾਂ ਨੇ ਕੁਛ ਐਸਾ ਕਰਿਆ ਨਹੀਂ ਜਿਹਦੇ ਨਾਲ ਇਹਨਾਂ ਨੂੰ ਲੱਗੇ ਵੀ ਇਹਦਾ ਕੋਈ ਮੁੱਲ ਹੈ। ਸੋ ਆਜ਼ਾਦੀ ਦਾ ਮੁੱਲ ਅਸੀਂ ਜਾਣਦੇ ਹਾਂ। ਜਿਹੜਾ ਹੁਣ ਸਰਕਾਰ ਕਰ ਰਹੀ ਹੈ, ਪਹਿਲਾਂ ਤਾਂ ਖਾਲਿਸਤਾਨ ਨਹੀਂ ਬਣਿਆ, ਨਾ ਬਣਨਾ ਹੈ, ਪਰ ਪੰਜਾਬੀ ਜਿਹੜੇ ਚੁੱਪ ਕਰੇ ਬੈਠੇ ਸੀ ਉਹਨਾਂ ਨੂੰ ਜਾਣਬੁੱਝ ਕੇ ਛੇੜਦੇ ਨੇ। ਅਤੇ ਜੇ ਇੱਦਾਂ ਛੇੜਨਗੇ ਤਾਂ ਪੰਜਾਬੀ ਉੱਠਣਗੇ ਅਤੇ ਪੰਜਾਬੀ ਆਪਣੇ ਵੱਧ ਅਧਿਕਾਰਾਂ ਦੀ ਗੱਲ ਕਰਨਗੇ। ਅਤੇ ਜਿਹੜੀ BSF ਵਗੈਰਾ ਲਾ ਕੇ ਦਬਕੇ ਮਾਰਨੇ ਨੇ, ਇਹ ਗਲਤ ਹੈ। ਇਹ ਨਾ ਸੰਵਿਧਾਨ ਦੇ ਮੁਤਾਬਕ ਹੈ, ਨਾ ਸਾਡੀ ਜਮਹੂਰੀਅਤ ਦੇ ਮੁਤਾਬਕ ਹੈ, ਨਾ ਸਾਡੀ ਆਜ਼ਾਦੀ ਦੀ ਲੜਾਈ ਦੇ ਜੋ ਪਰਵਾਨੇ ਸੀ, ਜੋ ਉਹਨਾਂ ਦੇ ਉਦੇਸ਼ ਸੀ ਉਹਨਾਂ ਮੁਤਾਬਕ ਹੈ, ਨਾ ਪੰਜਾਬ ਦੀ ਖਾਸੀਅਤ ਮੁਤਾਬਕ ਹੈ, ਨਾ ਹਾਲਤਾਂ ਮੁਤਾਬਕ ਹੈ। ਸੋ ਇਹ ਨਜਾਇਜ਼ ਫੈਸਲਾ ਹੈ। ਡਾਕਟਰ ਸਾਹਿਬ ਬਾਰੀ ਇਹ ਦਲੀਲ ਦਿੱਤੀ ਜਾਂਦੀ ਹੈ ਵੀ ਡਰੋਨ ਬਹੁਤ ਆ ਰਹੇ ਹੈ, ਵੈਪਨ ਬੜੇ ਆ ਰਹੇ ਹੈ, ਡਰੱਗਸ ਬੜੇ ਆ ਰਹੇ ਹੈ, ਇਸ ਕਰਕੇ ਫੈਸਲਾ ਲਿੱਤਾ ਜਾ ਰਿਹਾ ਕਿਤੇ ਨਾ ਕਿਤੇ ਪਾਕਿਸਤਾਨ ਦੀ ਸਾਜ਼ਿਸ਼ ਹੈ ਇਹ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਜਾਂ ਬਾਰਡਰ ਸਟੇਟ ਨੂੰ ਡੀਸਟੇਬਲਾਈਜ਼ ਕਰਨ ਦੀ। ਇਹਦੇ ਕਰਕੇ ਹੀ ਕਸ਼ਮੀਰ 'ਚ ਵੀ ਰੌਲਾ ਪੈ ਰਿਹਾ। ਤੁਸੀਂ ਇਹ ਸਟੇਟਮੈਂਟ, ਇਹ ਦਲੀਲਾਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਦਲੀਲਾਂ ਬੜੀਆਂ ਦਿੱਤੀਆਂ, ਦਲੀਲਾਂ ਦੇਣਾ ਕੋਈ ਔਖਾ ਨਹੀਂ। ਦਲੀਲਾਂ 'ਚ ਜਦ ਇਹ ਕਹੀ ਜਾਂਦੇ ਵੀ ਕਿਸਾਨ ਤਾਂ ਖਾਲਿਸਤਾਨੀ ਹੈ, ਇਹ ਕਹਿੰਦੇ ਨੇ ਵੀ ਉਹ ਤਾਂ ਮਵਾਲੀ ਨੇ, ਇਹਨਾਂ ਦੀ ਮੰਤਰੀ ਨੇ ਕਿਹਾ, ਇਹ ਕਹਿੰਦੇ ਉਹ ਤਾਂ ਮਵਾਲੀ ਨੇ, ਕਿਸਾਨ ਤਾਂ ਖੇਤਾਂ 'ਚ ਨੇ। ਉਹਨੂੰ ਪੁੱਛੋ ਵੀ ਜਿਹੜਾ ਉੱਥੇ 2-3 ਲੱਖ ਬੰਦਾ ਬੈਠਾ ਉਹ ਮਵਾਲੀ ਹੈ, ਉਹ ਕਿਸਾਨ ਨਹੀਂ ਹੈ। ਸੋ ਇਹ ਇਹਨਾਂ ਨੂੰ ਇਹੋ ਜਿਹੀ ਬਿਆਨਬਾਜ਼ੀ ਕਰਨ ਦੀ ਆਦਤ ਹੈ, ਕਿਉਂਕਿ ਇਹਨਾਂ ਨੂੰ ਇਹੀ ਨਹੀਂ ਪਤਾ ਵੀ ਡਰੋਨ ਦਾ ਮਤਲਬ ਕੀ ਹੈ। ਮੈਂ ਕਹਿਣ ਨੂੰ ਚਾਰਾਂ ਜ਼ਿੰਮੇਵਾਰੀ ਨਾਲ ਕਹਿਣਾ, ਇਹਨਾਂ ਦੇ ਅੱਧੇ ਬੰਦੇ ਨਾ ਉਹ ਗਾਹਾਂ ਦੀ ਗਾਹਾਂ ਬਸ ਕਹਿ ਦਿਓ ਹਾਂ 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 ਕਰਨ ਵਾਲੇ ਨੇ, ਇਹ ਪਿੱਛੇ ਲੱਗੜੇ। ਇਹ ਇਹਨਾਂ 'ਚ ਆਪਦੀ ਹਿੰਮਤ ਨਹੀਂ ਹੈ। ਇਹ ਤਾਂ ਜਿਵੇਂ ਤੁਰੇ ਜਾਂਦੇ ਨਾ, ਇੱਕ ਅੱਗੇ ਜੋ ਤੁਰ ਪਿਆ ਉਹਦੇ ਪਿੱਛੇ ਤੁਰੀ ਜਾਣਾ। ਇਹ ਪਿੱਛੇ ਤੁਰਨ ਵਾਲੇ ਨੇ। ਇਹਨਾਂ ਨੇ ਕਦੇ ਲੀਡ ਨਹੀਂ ਕਰਿਆ ਮੁਲਕਾਂ ਨੂੰ, ਇਹਨਾਂ ਨੇ ਕਦੇ ਆਰਮੀ ਨੂੰ ਲੀਡ ਨਹੀਂ ਕਰਿਆ, ਇਹਨਾਂ ਨੇ ਕਦੇ ਆਜ਼ਾਦੀ ਨੂੰ ਲੀਡ ਨਹੀਂ ਕਰਿਆ, ਇਹਨਾਂ ਨੇ ਕਦੇ ਰੂਹਾਨੀਅਤ ਨੂੰ ਲੀਡ ਨਹੀਂ ਕਰਿਆ। ਇਹ ਉਹ ਲੋਕ ਨੇ ਜਿਹੜੇ ਹਰ ਤਰ੍ਹਾਂ ਦਾ ਘਟੀਆ ਕੰਮ ਕਰ ਸਕਦੇ ਆ। ਕਿਸਾਨਾਂ 'ਤੇ ਜਿਹੜਾ ਚੜ੍ਹਾਈ ਹੈ, ਇਹੋ ਜਿਹਾ ਕੰਮ ਕਰ ਸਕਦੇ ਨੇ ਇਹ ਮੌਬ ਮੈਂਟੈਲਿਟੀ 'ਚ। ਫਿਰ ਭੱਜਿਆ ਕਿਉਂ ਰਿਹਾ, ਲੁਕਿਆ ਕਿਉਂ ਰਿਹਾ? ਗ੍ਰਹਿ ਮੰਤਰੀ, ਰਾਜ ਗ੍ਰਹਿ ਮੰਤਰੀ ਉਹਨੂੰ ਬਣਾ ਰੱਖਿਆ, ਉਹਦੇ ਮੁੰਡੇ ਨੇ ਉਹ ਚੜਾਈ। ਇਹਦਾ ਮਤਲਬ ਮੋਦੀ ਸਾਹਿਬ ਰਲੇ ਹੋਏ ਨੇ,
ਇਹ 'ਚ ਤਾਂ ਕੋਈ ਦੋ ਰਾਏ ਨਹੀਂ ਨਾ। ਜੇ ਤੁਸੀਂ ਉਹਨੂੰ ਗ੍ਰਹਿ ਰਾਜ ਮੰਤਰੀ ਬਣਾ ਕੇ ਰੱਖਦੇ ਹੋ, ਜਿਹੜਾ ਸ਼ਰੇਆਮ ਗੋਂਦ ਕੇ ਕਿਸਾਨਾਂ ਦੇ ਉੱਤੇ ਚੜਾਉਂਦਾ ਹੈ, ਐਡੀ ਵੱਡੀ ਗੱਲ ਨੂੰ ਉਹ ਤੁਸੀਂ ਗਲਤ ਕਹੀ ਜਾਂਦੇ ਹੋ। ਤੁਹਾਡੀ ਸੀਤਾਰਮਨ ਕਹਿ ਰਹੀ ਹੈ ਵੀ ਨਹੀਂ, ਉਹ ਜਿਹੜਾ ਉਹਨੂੰ ਐਕਸੀਡੈਂਟ ਕਹਿ ਰਹੀ ਹੈ ਵੀ ਉਹ ਤਾਂ ਮਾੜਾ ਹੋਇਆ, ਉਂਝ ਕਹਿੰਦੀ ਸਾਡੇ ਬੰਦਿਆਂ ਨੇ ਨਹੀਂ ਕਰਿਆ। ਸਾਹਮਣੇ ਦਿਖਦਾ। ਸੋ ਜਿਹੜੇ ਬੰਦੇ ਸਾਹਮਣੇ ਦਿਖਦੀ ਚੀਜ਼ ਨੂੰ, ਐਡੀ ਕੁ ਚੀਜ਼ ਨੂੰ ਮੁੱਕਰਨ ਨੂੰ ਤਿਆਰ ਨੇ, ਉਹ ਡਰੋਨ ਕਹਿਣਾ, ਉਹਨਾਂ ਦੀ ਜਿਹੜੀ ਵੱਡੀ ਪਲਾਨ ਹੈ ਪੰਜਾਬ ਨੂੰ ਤੋੜਨ ਦੀ, ਪੰਜਾਬ ਨੂੰ ਯੂਟੀ ਬਣਾਉਣ ਦੀ, ਉਹਦੇ ਵਾਸਤੇ ਸਟੈਪ ਲੈਣੇ, ਇਹ ਤਾਂ ਉਹਦੇ ਵਾਸਤੇ ਝੂਠ ਬੋਲਣਾ ਤਾਂ ਇਹਨਾਂ ਵਾਸਤੇ ਕੋਈ ਖਾਸ ਗੱਲ ਹੀ ਨਹੀਂ ਹੈ। ਨਾ ਡਰੋਨਾਂ ਦਾ ਕੁਛ, ਡਰੋਨ ਤਾਂ ਭਾਰਤ ਸਰਕਾਰ ਕੋਲ ਬਥੇਰੇ ਨੇ। ਆ ਹੁਣੀ ਨਾਲ ਲਕੀਰ ਕਹਿੰਦੇ ਜਿਹੜਾ ਕੈਪਟਨ ਸਾਹਿਬ ਨੇ ਸ਼ੁਰੂ ਕਰਿਆ ਸੀ ਮਿਸ਼ਨ ਰੈੱਡ ਡੋਰਾ, ਲਾਲ ਡੋਰਾ, ਮਿਸ਼ਨ ਲਾਲ ਡੋਰਾ ਸ਼ੁਰੂ ਕਰਿਆ ਨਾ, ਉਹ ਡਰੋਨ ਰਾਹੀਂ ਸਰਵੇ ਹੋਣਾ ਸਾਰਾ। ਇਹਦਾ ਮੈਂ ਡਰੋਨ ਤਾਂ ਸਾਡੇ ਕੋਲ ਵੀ ਨੇ, ਸਾਡੇ ਡਰੋਨ ਉੱਧਰ ਜਾਣਗੇ, ਉਹਨਾਂ ਦੇ ਇੱਧਰ ਆਉਂਦੇ ਹੋਣਗੇ। ਡਰੋਨ ਦੀ ਸਪਾਈਂਗ ਕਰਨ ਵਾਸਤੇ 50 ਕਿਲੋਮੀਟਰ 'ਚ BSF ਦੇ ਪਹਿਰੇ ਦੀ ਕੀ ਲੋੜ ਹੈ? ਉਹ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਭ ਕੁਛ ਹੋ ਜਾਂਦਾ, ਉਹ ਕੋਈ ਤੁਹਾਡੇ ਕਰਕੇ ਬੰਦਿਆਂ ਨਾਲ ਹੋਣਾ। ਸੋ ਇਹਨਾਂ ਦਾ ਡਰੋਨ ਕਹਿਣਾ, ਇਹਨਾਂ ਦਾ ਨਸ਼ੇ ਇੱਥੋਂ ਦੀ ਆਉਂਦਾ ਕਹਿਣਾ, ਨਸ਼ੇ ਉਹ ਜਿਹੜੀ ਇੰਨੀ ਹੈਰੋਇਨ ਫੜੀ ਗਈ ਹੈ ਉਹ ਪੰਜਾਬ 'ਚੋਂ ਨਹੀਂ ਆਈ, ਪੰਜਾਬ ਦੇ ਰਾਹੀਂ ਨਹੀਂ ਆਈ। ਇਹਨਾਂ ਦਾ ਇਹ ਕਹਿਣਾ ਇੱਥੇ ਅੱਤਵਾਦੀ ਆਉਂਦੇ ਨੇ ਇੱਥੋਂ ਦੀ, ਤਿੰਨੇ ਗੱਲਾਂ ਨੇ ਨਾ। ਕਸ਼ਮੀਰ 'ਚ ਜਿਹੜੇ ਆਉਂਦੇ ਨੇ ਤਾਂ ਉੱਦਾਂ ਦੀ ਬਾਰਡਰ ਸਿੱਧੀ ਨਾਲ ਲੱਗਦੀ ਹੈ, ਪਾਕਿਸਤਾਨ ਆਕੂਪਾਈਡ ਕਸ਼ਮੀਰ ਨਾਲ ਲੱਗਦਾ। ਜਿਹੜਾ ਪੰਜਾਬ ਦੇ ਵਿੱਚ ਦੱਸਣ ਕਿਹੜਾ ਅੱਤਵਾਦੀ ਹੈ। ਇਹਨਾਂ ਨੇ ਜਿੱਦਾਂ ਕੋਈ ਚੋਣਾਂ ਹੋਈਆਂ ਨੇ 2019 ਦੀਆਂ ਚੋਣਾਂ ਵੇਲੇ ਇੱਕ ਤਰਨ ਦੇ ਵਿੱਚ ਹਮਲਾ ਜਿਹਾ ਕਰਾਤਾ, ਉਹ ਆ ਕੇ ਚਲਾ ਕੇ ਚਲੇ ਗਏ, ਬੰਦੇ ਮਰ ਵੀ ਗਏ ਇੱਕ ਦੋ, ਮੁੜ ਕੇ ਤਾਂ ਕੋਈ ਇਹਨਾਂ ਨੂੰ ਉਹ ਮੋਡਿਊਲ ਦੱਬੇ ਨਹੀਂ। ਉਹ ਕਿੱਥੇ ਗਏ ਮੋਡਿਊਲ? ਜਦ ਚੋਣਾਂ ਆਉਂਦੀਆਂ ਨੇ 17 'ਚ ਵੀ ਇਹੀ ਕੁਛ ਕਰਿਆ, 19 'ਚ ਤਾਂ ਇਹਨਾਂ ਨੇ ਇੱਧਰ ਤਾਂ ਪੁਲਵਾਮਾ ਕਰਾਇਆ। ਸੋ ਇਹ ਸਰਕਾਰ ਲਾਸ਼ਾਂ 'ਤੇ ਰਾਜ ਕਰਦੀ ਹੈ। ਇਹ ਸਰਕਾਰ ਉਹਨਾਂ 'ਤੇ ਖੁਸ਼ ਹੁੰਦੀ ਹੈ ਲਾਸ਼ਾਂ ਜਦ ਵਿਛਦੀਆਂ ਨੇ, ਕਿਉਂਕਿ ਇਹਨਾਂ ਲੱਗਦਾ ਸਾਡਾ ਤਾਜ ਬਣੇਗਾ। ਇਹ ਮੈਂ ਕਿਉਂ ਕਹਿਣਾ, ਇੱਕ ਬੇਸਦ ਹੈ। ਇਹਨਾਂ ਦਾ ਇੱਕ ਮੁੱਖ ਮੰਤਰੀ ਸਾਡੇ ਗੁਆਂਢੀ ਰਾਜ ਦਾ ਕਹਿ ਰਿਹਾ ਹੈ ਵੀ ਡੰਡੇ ਮਾਰੋ ਕਿਸਾਨਾਂ ਦੇ, ਜੈਸੇ ਕੋ ਤੈਸਾ ਕਰ ਦੋ, ਫਿਰ ਕੀ ਹੋ ਗਿਆ? ਜਾਂ ਤਾਂ ਅਸੀਂ ਬਚਾ ਲਾਂਗੇ, ਤੁਹਾਨੂੰ ਬਚਾ ਲਾਂਗੇ, ਮੈਂ ਝੂਠ ਬੋਲ ਕੇ ਬਚਾਉਣਗੇ ਨਾ। ਜੇ ਤੁਸੀਂ ਕਹਿੰਦਾ ਝੂਠ ਬਿਆਨ ਐਂ ਕਰਦੇ ਨੇ, ਨਹੀਂ ਕਹਿੰਦਾ ਕੋਈ ਨਹੀਂ 4-6 ਮਹੀਨੇ ਜੇਲ੍ਹ ਕੱਟ ਲੋਗੇ, ਲੀਡਰ ਬਣ ਜਾਓਗੇ ਵੱਡੇ। ਜਿਹੜਿਆਂ ਦੀ ਮਾਨਸਿਕਤਾ ਇਹ ਹੈ ਕਿ ਤੁਸੀਂ ਇੱਕ ਜਾਇਜ਼ ਡੈਮੋਕ੍ਰੈਟਿਕ ਸੰਵਿਧਾਨਕ ਘੋਲ ਨੂੰ ਕੁਚਲ ਕੇ ਜਿਹੜੇ IAS ਅਫਸਰਾਂ ਨੂੰ ਕਹਿੰਦੇ ਸਿਰ ਪਾੜ ਦਿਓ, ਉਹਨਾਂ ਤੋਂ ਤੁਸੀਂ ਉਮੀਦ ਰੱਖਦੇ ਹੋ ਵੀ ਉਹ ਝੂਠ ਨਹੀਂ ਬੋਲਣਗੇ, ਉਹਨਾਂ ਤੋਂ ਤੁਸੀਂ ਉਮੀਦ ਰੱਖਦੇ ਹੋ ਸ਼ਾਂਤੀ ਕਰਨਗੇ, ਉਹਨਾਂ ਤੋਂ ਉਮੀਦ ਰੱਖਦੇ ਹੋ ਉਹ ਕਾਨੂੰਨ ਦਾ ਰਾਜ ਕਰਨਗੇ? ਬਿਲਕੁਲ ਨਹੀਂ। ਗਰਗ ਸਾਹਿਬ, ਜਿਵੇਂ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ, ਉਹ ਮਿਲਣਗੇ ਗ੍ਰਹਿ ਮੰਤਰੀ ਨੂੰ, ਅਮਿਤ ਸ਼ਾਹ ਨੂੰ, ਉਦੋਂ ਇੱਕ ਸਟੇਟਮੈਂਟ ਆਉਂਦੀ ਹੈ, ਕਿਹਾ ਜਾ ਰਿਹਾ ਪਾਕਿਸਤਾਨ ਦੇ ਬਾਰਡਰ ਸੀਲ ਕਰ ਦਿਓ। ਉਹਦੇ ਉੱਤੇ ਜਦੋਂ ਆਹ ਅੱਜ ਕੱਲ੍ਹ ਫੈਸਲਾ ਆਇਆ BSF ਵਾਲਾ ਅਧਿਕਾਰ ਖੇਤਰ ਵਧਾਇਆ ਗਿਆ, ਉਸ ਕਾਫੀ ਉਹਦੀ ਵੀ ਆਲੋਚਨਾ ਹੋ ਰਹੀ ਹੈ ਵੀ ਇਹ ਉਹਨਾਂ ਨੂੰ ਮੌਕਾ ਦਿਆ, ਇਹ ਜਿਹੇ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ ਸੀ, ਇਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਸਗੋਂ ਵਾਗਾ ਖੁੱਲ੍ਹੇ ਤਾਂ ਕਿ ਵਪਾਰ ਵਧੇ। ਦੇਖੋ, ਸਾਡਾ ਜਿਹੜਾ ਸਿਆਸਤਦਾਨ ਹੈ ਨਾ, ਕਹਿਣ ਨੂੰ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਜਿੰਨਾ ਚਿਰ ਉਹ ਪੰਜਾਬ ਨਾਲ ਕਮਿਟਡ ਨਹੀਂ, ਉਹ ਕੁਰਸੀ ਨਾਲ ਕਮਿਟਡ ਹੈ। ਉਹ ਜਿਹੜੀ ਮਰਜ਼ੀ ਜਾਤ ਦਾ ਹੋਵੇ, ਜਿਹੜੇ ਮਰਜ਼ੀ ਧਰਮ ਦਾ ਹੋਵੇ, ਜਿਹੜੇ ਮਰਜ਼ੀ ਸੂਬੇ ਦਾ ਹੋਵੇ, ਉਹ ਕੁਰਸੀ ਬਚਾਉਣ ਵਾਸਤੇ ਕੁਝ ਵੀ ਕਹਿਣ ਨੂੰ ਤਿਆਰ ਹੈ। ਇੱਥੇ ਵੀ ਤਾਂ ਕਿ ਵੀ ਸਾਡੀ ਬਾਰਡਰ ਸੀਲ ਕਰੋ, ਕਿਉਂ ਕਰੋ ਸੀਲ ਬਾਰਡਰ? ਕੋਈ ਕਾਰਨ ਤਾਂ ਦੱਸੇ ਨਾ। ਬਾਰਡਰ ਤੋਂ ਕਿਹੜੀ ਚੀਜ਼ ਇੱਥੇ ਆ ਰਹੀ ਹੈ ਵੀ ਬਾਰਡਰ ਸੀਲ ਕਰਨ ਦੀ? ਉੱਥੇ ਮਿਲਟਰੀ ਬੈਠੀ ਹੈ, ਜਾਂ ਤਾਂ ਸਾਡੀ ਤਾਰ ਲੱਗੀ ਹੋਈ ਹੈ, ਉਹ 'ਚ ਬਿਜਲੀ ਚੱਲਦੀ ਰਹਿੰਦੀ ਹਰ ਵਕਤ। ਜੇ ਤਾਰ ਨੂੰ ਹੱਥ ਵਜੇ, ਸਾਡੀ ਆਪ ਕੱਲ੍ਹ ਹੀ ਮੈਨੂੰ ਫੋਨ ਆ ਰਿਹਾ ਸੀ ਗੁਰਦਾਸਪੁਰ ਤੋਂ, ਡੇਰਾ ਬਾਬਾ ਨਾਨਕ ਸੈਕਟਰ 'ਚੋਂ, ਕਿ ਜੀ ਸਾਡੇ ਕੁਝ ਖੇਤ ਪੰਚਾਇਤੀ ਜ਼ਮੀਨ ਤਾਰ ਦੇ ਪਰਲੇ ਪਾਸੇ ਹੈ, ਉੱਥੇ ਮਨਰੇਗਾ ਵਰਕਰ ਨੂੰ ਜਾਣ ਨਹੀਂ ਦਿੰਦੇ, ਅਸੀਂ ਕੀ ਕਰੀਏ? ਮੈਂ ਕਿਹਾ ਤੇ ਉੱਥੇ ਪਾਣੀ ਦਾ ਪ੍ਰਬੰਧ ਨਹੀਂ ਕਰਦੇ, ਮੋਟਰ ਦਾ ਕਨੈਕਸ਼ਨ ਨਹੀਂ ਦੇ ਰਹੇ। ਮੈਂ ਕਿਹਾ ਤੁਸੀਂ ਪਹਿਲਾਂ ਇਹ ਦੇਖੋ ਵੀ ਤਾਰ ਦੇ ਪਰਲੇ ਪਾਸੇ ਕਨੈਕਸ਼ਨ ਦਿੱਤੇ ਹੋਏ ਨੇ ਬਿਜਲੀ ਬੋਰਡ ਨੇ, ਬਿਜਲੀ ਕਾਰਪੋਰੇਸ਼ਨ ਨੇ, ਜੇ ਦਿੱਤੇ ਹੋਏ ਨੇ ਤਾਂ ਇਹ ਨਜਾਇਜ਼ ਹੈ। ਜੇ ਉਹਨਾਂ ਦਾ ਫੈਸਲਾ ਵੀ ਪਰਲੇ ਪਾਸੇ ਕਨੈਕਸ਼ਨ ਨਹੀਂ ਦੇਣਾ, ਫਿਰ ਹੋਰ ਤਰੀਕੇ ਨਾਲ ਇਹਨੂੰ ਲੈਣਾ ਪਏਗਾ ਇਸ਼ੂ ਨੂੰ। ਪਰ ਜੇ ਕਿਤੇ ਵੀ ਇੱਕ ਜਗ੍ਹਾ 'ਤੇ ਕਨੈਕਸ਼ਨ ਦਿੱਤਾ, ਤੁਹਾਡੀ ਤਾਂ ਐਡੀ ਵੱਡੀ ਬਾਰਡਰ ਲੱਗਦੀ ਹੈ, ਤੁਸੀਂ ਦੇਖ ਲਓ। ਜੇ ਕਿਤੇ ਦਿੱਤਾ ਹੈ ਫਿਰ ਆਪਾਂ ਦੂਜੀ ਤਰ੍ਹਾਂ ਲੜਾਂਗੇ ਵੀ ਬੋਲੋ ਇੱਥੇ ਕਿਉਂ ਨਹੀਂ ਦਿੰਦੇ। ਉਹਨੂੰ ਮੈਂ ਆਖਿਆ ਇਕੱਠੇ ਹੋ ਕੇ ADC ਨੂੰ ਮਿਲੋ, DC ਨੂੰ ਮਿਲੋ। ਕਹਿੰਦੇ ਜੀ ਅਸੀਂ ਮੈਂ ਕਿਹਾ ਬਿਜਲੀ ਬੋਰਡ ਨੂੰ ਨਹੀਂ ਪਹਿਲਾਂ ਮਿਲਣਾ, ਉਹਨਾਂ ਨੂੰ ਪਹਿਲਾਂ ਪੁੱਛੋ ਵੀ ਬਿਜਲੀ ਬੋਰਡ ਨੂੰ ਤੁਸੀਂ ਪੁੱਛੋ ਐਜ਼ ਅਧਿਕਾਰੀ। ਸੋ ਮੈਂ ਇਹ ਕਹਿਣਾ, ਚੰਨੀ ਸਾਹਿਬ ਨੇ ਵਾਕਈ ਤੁਸੀਂ ਠੀਕ ਕਿਹਾ, ਔਰ ਇਹ ਐਨਾਲਿਸਿਸ ਚੰਗੀ ਹੈ ਜੇ ਤੁਸੀਂ ਇਹ ਗੱਲ ਲੈ ਕੇ ਆਓਗੇ। ਚੰਨੀ ਸਾਹਿਬ ਦਾ ਇਹ ਕਹਿਣਾ, ਪਹਿਲਾਂ ਇਹ ਵੀ ਕਹਿੰਦਾ ਸੀ, ਆਪਣਾ ਕੈਪਟਨ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਕਿਸਾਨ ਤਾਂ ਜਿਹੜੇ ਨੇ ਕਿਸਾਨਾਂ ਕਰਕੇ ਵਿਕਾਸ ਰੁਕਿਆ। ਅਸਲ 'ਚ ਇਹ ਨਿਸ਼ਾਨਾ ਕਿਸਾਨੀ ਅੰਦੋਲਨ ਹੈ। ਉਹ ਕਿਸਾਨੀ ਅੰਦੋਲਨ ਨੂੰ ਨਿਸ਼ਾਨਾ ਬਣਾਉਣ ਵਾਸਤੇ ਜਦ ਸਰਕਾਰ ਅਕਾਲੀਆਂ ਨੂੰ ਨਾਲ ਲਾ ਕੇ ਅਕਾਲੀ ਉੱਥੋਂ ਦੀ ਚਲੇ ਗਏ, ਉਹਨਾਂ ਨੂੰ ਵੀ ਪਤਾ ਸੀ ਪਹਿਲਾਂ ਸ਼ਡਿਊਲ ਕਾਸਟਾਂ ਨੂੰ ਭੇਜਿਆ ਸੀ, ਦਲਿਤਾਂ ਨੂੰ, ਅਤੇ ਉਹ ਫਿਰ ਵਾਪਸ ਮੁੜੇ ਇਸੇ ਗੱਲ 'ਚ ਹੀ। ਫਿਰ ਇਹਨਾਂ ਨੇ ਆਪਦਾ ਜੱਸਾ ਜਿਹਾ ਉੱਥੋਂ ਦੀ ਭੇਜਿਆ, ਉੱਥੋਂ ਦੀ ਭੇਜਣ ਦੀ ਕੀ ਲੋੜ ਸੀ? ਹੋਰ ਵੀ ਰਸਤੇ ਨੇ ਦਿੱਲੀ ਦੇ ਤਾਂ ਜਾਣ ਕੇ ਭੇਜਿਆ। ਫਿਰ ਪ੍ਰੈਸ ਕਾਨਫਰੰਸ, ਫਿਰ ਆਪੇ ਚੁੱਪ ਕਰੇ, ਫਿਰ ਕਹਿੰਦਾ ਅਸੀਂ ਜੀ ਦੇਖਾਂਗੇ। ਉਹ ਸਾਰਾ BJP ਦੀ ਪਲਾਨ ਹੈ। ਅੱਜ ਪੰਜਾਬ ਦੇ ਵਿੱਚ ਜਿੱਥੇ ਕੋਈ ਹਿੰਦੂਆਂ ਨੂੰ ਭੁਲਾਉਣ ਦੀ ਗੱਲ, ਬਿਆਨ ਹੈ ਅਕਾਲੀ ਦਲ ਦਾ ਕਿ ਹੁਣ ਅਸੀਂ ਸ਼ਹਿਰਾਂ ਦਾ ਮਤਲਬ ਹਿੰਦੂਆਂ ਨੂੰ ਮੋਟੇ ਤੌਰ 'ਤੇ, ਭਾਵੇਂ ਉੱਥੇ ਸਿੱਖ ਵੀ ਨੇ, ਹੋਰ ਵੀ ਨੇ, ਪਰ ਜ਼ਿਆਦਾ ਹਿੰਦੂ ਨੇ, ਅਸੀਂ ਹੁਣ ਸ਼ਹਿਰਾਂ ਨੂੰ ਧਾਵਾਂਗੇ, ਮਤਲਬ ਹਿੰਦੂਆਂ ਨੂੰ। ਸੋ ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਕੇਂਦਰ ਸਰਕਾਰ।
ਹਿੰਦੂਵਾਦ ਦੀ ਪਾਲਿਸੀ ਖੇਡ ਰਿਹਾ ਅਕਾਲੀ ਦਲ, ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਕਾਂਗਰਸ, ਹਿੰਦੂਵਾਦ ਦੀ ਪਾਲਿਸੀ ਖੇਡ ਰਹੀ ਹੈ ਆਪ। ਸੋ ਜੇ ਹਿੰਦੂਵਾਦ ਦੀ ਪਾਲਿਸੀ ਖੇਡਣਗੇ ਤਾਂ ਪਾਕਿਸਤਾਨ ਨੂੰ ਇਹ ਦੁਸ਼ਮਣ ਬਣਾਉਣਗੇ, ਸਿੱਖਾਂ ਨੂੰ ਇਹ ਦੁਸ਼ਮਣ ਬਣਾਉਣਗੇ, ਮੁਸਲਮਾਨਾਂ ਨੂੰ ਇਹ ਦੁਸ਼ਮਣ ਕਹਿਣਗੇ। JNK 'ਚ ਜੋ ਘਾਣ ਹੋਏਗਾ ਮਨੁੱਖੀ ਹੱਕਾਂ ਦਾ, ਉਹਨੂੰ ਇਹ ਕਹਿਣਗੇ ਵੀ ਠੀਕ ਹੈ। ਸੋ ਜੇ ਮਿਲਟਰੀ ਗੋਲੀਆਂ ਮਾਰੇਗੀ ਜਾਂ ਪੁਲਿਸ, ਇਹਨੂੰ ਜਾਇਜ਼ ਕਹਿਣਗੇ ਵੀ ਕਿ ਇਹ ਤਾਂ ਅੱਤਵਾਦੀ ਸੀਗੇ। ਕਿਸੇ ਦੇ ਵੀ ਗੋਲੀ ਮਾਰ ਕੇ, ਮੈਂ ਲਾਸਟ ਗੱਲ ਕਹਿਣਾ ਤੁਹਾਨੂੰ, 3 ਜੂਨ 1984 ਸੰਡੇ ਦਾ ਦਿਨ ਸੀ। ਮੈਂ ਗੁਰਦਾਸਪੁਰ ਦਾ ਹਸਪਤਾਲ ਦਾ ਇੰਚਾਰਜ ਸੀ, ਸਿਵਲ ਹਸਪਤਾਲ ਗੁਰਦਾਸਪੁਰ 100 ਬੈੱਡ ਦਾ ਹਸਪਤਾਲ ਸੀ। ਰਾਤ ਨੂੰ ਕਰਫਿਊ ਲੱਗ ਗਿਆ। ਫਿਰ ਤੁਹਾਨੂੰ ਪਤਾ ਹੀ ਹੈ 4, 5, 6 ਜੂਨ 'ਚ ਸਾਰਾ ਜੋ ਅੰਮ੍ਰਿਤਸਰ ਸਾਹਿਬ 'ਚ ਹੋਇਆ, ਇੱਕ ਵੀ ਮੈਂ ਉੱਥੇ ਕਮਿਊਨਲ ਰਾਈਟ ਹੀ ਨਹੀਂ ਦੇਖਿਆ। ਜੇ ਕਿਸੇ ਨੇ ਕਰਾਇਆ ਝਗੜਾ, ਉਹ RSS ਨੇ ਕਰਾਇਆ। RSS ਵਾਲੇ ਨੇ ਕੱਟੇ ਜੇ ਦੇ ਛੱਡੇ ਸੀ ਤੇ ਮੈਨੂੰ ਕਹਿੰਦੇ ਆਏ, ਮੈਂ ਕਿਹਾ ਤੁਹਾਡੇ ਕੱਟਿਆਂ ਨੂੰ ਕੌਣ ਪੁੱਛਦਾ, ਉਹ ਤਾਂ AK-47 ਲਈ ਫਿਰਦੇ ਨੇ। DC SP ਇਹਨਾਂ ਦੇ ਨਾਲ ਰਲੇ ਹੋਏ ਸੀ। ਉਦੋਂ SSP ਤਾਂ ਹੁੰਦੇ ਨਹੀਂ ਸੀ, SP ਹੁੰਦੇ ਸੀ। ਪਾਂਡੇ ਹੁੰਦਾ SP, ਜਵਤੇਸ਼ ਮਨੀ DC ਸੀ। ਸੋ ਉਹ ਰਲੇ ਹੋਏ ਸੀ ਇਹਨਾਂ ਨਾਲ, ਉਹ ਰਲੇ ਹੋਏ ਸੀ। ਉਹਨਾਂ ਨੇ ਧੱਕੇ ਨਾਲ ਕਿਸਾਨਾਂ 'ਤੇ ਗੋਲੀ ਚਲਾਤੀ। ਉੱਥੇ ਘਰਾਓ ਕਰਿਆ ਹੋਇਆ ਸੀ, ਉਦੋਂ ਪਹਿਲਾਂ ਗੋਲੀ ਚਲਾਤੀ। ਸਾਨੂੰ ਕਰਫਿਊ ਪਾਸ ਨਾ ਦਿੱਤੇ। 3 ਜੂਨ 1984 ਨੂੰ ADC ਮੁਲਤਾਨੀ, ਦਰਸ਼ਨ ਸਿੰਘ ਮੁਲਤਾਨੀ ਜੀ ਦੇ ਮੁੰਡੇ ਦਾ ਚੱਕਰ ਹੈ, ਮਾਰਤਾ ਜਿਹੜਾ ਫੜ ਕੇ, ਉਹ ਉੱਥੇ ADC ਹੁੰਦਾ। ਉਹ ਆ ਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਪਾਸ ਦੇਗਾ, ਸਾਨੂੰ ਪਾਸ ਨਹੀਂ ਦਿੱਤੇ। ਸਾਡੀ ਐਂਬੂਲੈਂਸ ਨੂੰ ਤੱਕ ਨੂੰ ਪਾਸ ਨਹੀਂ ਦਿੱਤੇ। ਫਿਰ ਵੀ ਮਿਲਟਰੀ ਨੂੰ ਹੈਂਡਓਵਰ ਕਰਤਾ ਸਾਡਾ ਹਸਪਤਾਲ। ਮਤਲਬ ਜਦ ਤੁਸੀਂ ਰਲ ਜਾਂਦੇ ਹੋ ਵੀ ਆਪਾਂ ਤਾਂ ਐਂ ਦਿਖਾਉਣਾ ਵੀ ਇੱਥੇ ਤਾਂ ਬਹੁਤ ਗੜਬੜ ਹੈ। ਹੁਣ ਨਾ ਤਾਂ ਉਹ ਮਿਲਟਰੀ ਨੇ ਹਸਪਤਾਲ ਲਿਆ, ਉਹ ਹਸਪਤਾਲ ਵੀ ਅਸੀਂ ਚਲਾਉਂਦੇ ਰਹੇ ਹਾਂ। ਮਰੀਜ਼ ਵੀ ਜਿਹਾ ਜਿਹਾ ਕੋਈ ਸਾਡੀ ਉਸ ਐਂਬੂਲੈਂਸ 'ਚ ਆ ਜਾਂਦਾ ਸੀ, ਉਹਦਾ ਇਲਾਜ ਕਰਦੇ ਸੀ। ਜਿਹੜੇ ਫੱਟੜ ਆਉਂਦੇ ਸੀ, ਉਹਦਾ ਵੀ ਇਲਾਜ ਕਰਦੇ ਸੀ। ਜਿਹੜੇ ਪੋਸਟਮਾਰਟਮ ਵੀ ਕਰਦੇ ਸੀ। ਉਹਨਾਂ ਨੇ ਪਰ ਕਾਗਜ਼ਾਂ 'ਚ ਦਿਖਾਤਾ ਜੀ ਸਾਨੂੰ ਤਾਂ ਹਸਪਤਾਲ ਮਿਲਟਰੀ ਨੂੰ ਦੇਣਾ ਪਿਆ, ਇੱਥੇ ਤਾਂ ਪ੍ਰਬੰਧ ਕਰਨੇ ਔਖਾ ਸੀ। ਸੋ ਇਹ ਜਿਹੜਾ ਇਹੋ ਜਿਹੀਆਂ ਕਾਰਵਾਈਆਂ ਨੇ, ਇਹ ਲੋਕਾਂ ਨੂੰ ਖਰਾਬ ਕਰਨ ਵਾਸਤੇ ਨੇ। ਤੇ RSS ਨੇ ਉਦੋਂ ਵੀ ਉਹਦੀ ਬੈਕ 'ਤੇ ਸੀਗਾ, ਪੂਰਾ ਸਪੋਰਟ ਕਰਦਾ ਸੀ। ਮੈਂ ਰੋਜ਼ ਸੁਣਦਾ ਸੀ ਉਹਨਾਂ ਦੀ ਗੱਲਾਂ। ਅੱਜ ਵੀ ਉਹੀ ਕੁਛ ਕਰ ਰਿਹਾ। ਇਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਚੰਨੀ ਸਾਹਿਬ ਨੇ ਜੋ ਕਿਹਾ ਗਲਤ ਕਿਹਾ। ਉਹਨਾਂ ਨੂੰ ਬਾਰਡਰ ਸੀਲ ਨਹੀਂ ਮੰਗਣੀ ਚਾਹੀਦੀ। ਬਲਕਿ ਮੈਂ ਫਿਰ ਦੁਬਾਰਾ ਕਹਿਣਾ, ਇਹ ਤਾਂ ਕਹਿੰਦੇ ਨੇ ਨਾ ਵੀ ਪਾਕਿਸਤਾਨ ਚਲਾ ਜਾਵੇ, ਇਹ ਵੀ ਗੁਨਾਹ ਹੈ ਵੈਸੇ ਕਹਿਣਾ ਕਿਸੇ ਨੂੰ ਪਾਕਿਸਤਾਨ ਚਲਾ ਜਾਵੇ। ਮੈਂ ਫਿਰ ਕਹਿਣਾ ਵੀ ਜੇ ਜਿੱਦਾਂ ਇੰਨਾ ਮਾੜਾ ਹਾਲ ਹੁੰਦਾ ਹੈ, ਉਦੋਂ ਵੀ ਕਰਾਚੀ ਰਾਹੀਂ ਜੇ ਵਪਾਰ ਹੋ ਸਕਦਾ ਹੈ। ਜੇ ਪ੍ਰੈਫਰਡ ਨੇਸ਼ਨ ਦਾ ਟਰੇਡ ਦੇ ਮਾਮਲੇ 'ਚ ਪਾਕਿਸਤਾਨ ਨੂੰ ਅਸੀਂ ਸਟੇਟਸ ਲਈ ਰੱਖਦੇ ਹਾਂ, ਅਤੇ ਫਿਰ ਵਾਹਗਾ ਬਾਰਡਰ ਦੇ ਰਾਹੀਂ, ਸੁਲੇਮਾਨ ਕੀ ਬਾਰਡਰ ਦੇ ਰਾਹੀਂ, ਹੁਸੈਨੀ ਵਾਲਾ ਬਾਰਡਰ ਦੇ ਰਾਹੀਂ, ਇਹਨਾਂ ਦੇ ਰਾਹੀਂ ਵਪਾਰ ਹੋਣਾ ਚਾਹੀਦਾ। ਕਿਉਂਕਿ ਜੇ ਵਪਾਰ ਇੱਥੋਂ ਹੋ, ਅਸੀਂ ਕਰਾਚੀ ਵੱਲ ਦੀ ਜਾ ਕੇ ਸਮਾਨ ਕਿਉਂ ਵੇਚੀਏ? ਅਸੀਂ ਇੱਥੋਂ ਸਿੱਧਾ ਵੇਚਾਂਗੇ। 50 ਕਿਲੋਮੀਟਰ 'ਤੇ ਲਾਹੌਰ ਜਾ ਕੇ 35 ਮੀਲ 'ਤੇ ਅਸੀਂ ਲਾਹੌਰ 'ਚ ਸਿੱਧਾ ਵੇਚਾਂਗੇ। ਸਾਡੇ ਟਮਾਟਰ, ਆਲੂ, ਜੋ ਵੀ ਚੀਜ਼ਾਂ ਉੱਥੇ ਹੈ ਨਹੀਂ। ਸੋ ਇਸ ਕਰਕੇ ਇਹ ਜਾਣ ਬੁੱਝ ਕੇ ਪੰਜਾਬ ਦਾ ਵਪਾਰ ਨਹੀਂ ਖੋਲ੍ਹ ਰਹੇ ਕਿ ਪੰਜਾਬ ਖੁਸ਼ਹਾਲ ਨਾ ਹੋ ਜੇ। ਲਾਸਟ ਇੱਕ ਗੱਲ ਕਹਿਣਾ ਬਸ, RSS BJP ਦੀ ਇਹ ਥਿਊਰੀ ਹੈ ਕਿ ਜਿੰਨਾ ਲੋਕਾਂ ਨੂੰ ਦਬਾ ਕੇ ਰੱਖੋਗੇ, ਜਿੰਨਾ ਭੁੱਖੇ ਮਾਰੋਗੇ, ਜਿੰਨਾ ਜ਼ੁਲਮ ਕਰੋਗੇ ਉਹਨਾਂ 'ਤੇ, ਉਨੀ ਉਹ ਤੁਹਾਡੇ ਥੱਲੇ ਲੱਗਣਗੇ, ਪੈਰੀਂ ਹੱਥ ਲਾਉਣਗੇ। ਇਹ ਥਿਊਰੀ ਹਾਲਾਂਕਿ ਗਲਤ ਹੈ। ਦੁਨੀਆ ਦੇ ਵਿੱਚ ਦਬਾਉਣ ਨਾਲ, ਸਾਇੰਸ ਕਹਿੰਦੀ ਹੈ ਜਿੰਨੀ ਕਿਸੇ ਗੇਂਦ ਨੂੰ ਜ਼ਿਆਦਾ ਦਬਾਓਗੇ, ਜਦੋਂ ਮਾੜੀ ਜਿਹੀ ਛੱਡੂਗਾ ਉਦੋਂ ਜ਼ਿਆਦਾ ਉੱਚੀ ਬੁੜਕੇਗੀ। ਸੋ ਇਹ JNK 'ਚ ਵੀ ਦੇਖ ਲੈਣਗੇ ਜਿਵੇਂ ਉਹ ਬੁੜਕਣਗੇ, ਪੰਜਾਬ ਨੂੰ ਵੀ ਦੇਖ ਲੈਣਗੇ। ਪਰ ਇਹ ਅੱਗ ਨਾਲ ਖੇਡ ਰਹੇ ਨੇ। ਦੇਸ਼ ਦੇ ਹੁਕਮਰਾਨਾਂ ਨੂੰ ਇਹੋ ਜਿਹੀ ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਦੇਸ਼ ਦੀ ਪ੍ਰਭੂਸੱਤਾ ਨੂੰ ਇਹ ਖਤਰਾ ਪੈਦਾ ਕਰ ਰਹੇ ਨੇ, ਕਿਉਂਕਿ ਬਚਾਉਂਦੇ ਨੇ ਜਿਹੜੇ ਅਣਖ ਵਾਲੇ ਬਚਾਉਂਦੇ ਨੇ। ਗੀਦੀਆਂ ਨੇ ਕਦੇ ਨਹੀਂ ਬਚਾਇਆ, ਪਿੱਛ ਲੱਗਾ ਨੇ ਕਦੇ ਨਹੀਂ ਬਚਾਇਆ, ਲੜਾਲਾ ਕਰਨ ਵਾਲਿਆਂ ਨੇ ਨਹੀਂ ਬਚਾਇਆ। ਕਦੇ ਭੀੜ ਤੰਤਰ ਨੇ ਲੜਾਈ ਕਰੀ ਹੈ? ਕਦੇ ਭੀੜ ਤੰਤਰ ਬਾਰਡਰਾਂ 'ਤੇ ਲੜਿਆ? ਇੱਕ ਬਸ ਗੱਲ ਹੈ, ਜਿਹੜੀ ਬੀਬੀ ਦੇ ਘਰ ਵਾਲੇ ਦੀ ਡੈਥ ਹੋਈ ਹੈ, ਉਹਨੇ ਵਿਆਹ ਵਾਸਤੇ ਪ੍ਰਬੰਧ ਕਰਨਾ ਹੋਣਾ ਸੀ। ਯੰਗ ਕੁੜੀ ਆ ਉਹ ਕਹਿੰਦੇ ਮੈਨੂੰ ਮਾਣ ਹੈ ਮੇਰੇ ਘਰ ਵਾਲਾ ਉੱਥੇ, ਪਰ ਕਹਿੰਦੀ ਇਹਨਾਂ ਦੇ ਜਵਾਕ ਤਾਂ ਜਾਣ ਨਾ ਬਾਰਡਰਾਂ 'ਤੇ। ਉਹਨੇ ਇੱਥੋਂ ਤੱਕ ਕਹਿਤਾ, ਕਹਿੰਦੀ ਜੋ ਕਸ਼ਮੀਰ ਮੰਗਦੇ ਨੇ ਦੇ ਦਿਓ, ਤੁਸੀਂ ਕਿਉਂ ਸਾਡੇ ਨੌਜਵਾਨਾਂ ਨੂੰ ਮਰਵਾਉਣਾ? ਤੁਹਾਡੇ ਤੋਂ ਕੋਈ ਜਾਂਦਾ ਨਹੀਂ ਉੱਥੇ। ਮੈਂ ਇੱਕੋ ਬੇਨਤੀ ਕਰਦਾ ਮੋਦੀ ਸਾਹਿਬ ਨੂੰ ਵੀ, ਅਮਿਤ ਸ਼ਾਹ ਨੂੰ ਵੀ, ਕਿਉਂ ਅਮਿਤ ਸ਼ਾਹ ਦਾ ਵੀ ਜੈਸ਼ਾ ਹੈਗਾ, ਉਹਨਾਂ ਨੂੰ ਜਿਹੜਾ ਬਾਰਡਰ 'ਤੇ ਭੇਜ ਦੇਣਾ ਅਤੇ ਉੱਥੇ ਵਪਾਰ ਕਰ ਲੈਣ ਜਿਹੜਾ ਕਰਨਾ। ਪਾਕਿਸਤਾਨ ਦੇ ਨਾਲ ਇਹਨਾਂ ਦੇ ਵੱਡੇ ਵੱਡੇ ਅਧਿਕਾਰੀਆਂ ਦਾ ਤਾਂ ਵਪਾਰ ਹੈਗਾ। ਉਹਨਾਂ 'ਚ ਜਵਾਕ ਉੱਥੇ ਵਪਾਰ ਕਰਦੇ ਨੇ, ਵੱਡੇ ਵੱਡੇ ਅਧਿਕਾਰੀ ਇਹਨਾਂ ਦੇ। ਅਤੇ ਜੋ ਉੱਥੇ ਵਪਾਰ ਕਰਦੇ ਨੇ, ਫਿਰ ਤੋਂ ਆਪ ਹੀ ਹਿਸਾਬ ਲਾ ਸਕਦੇ ਵੀ ਤੁਸੀਂ ਕਾਮਨ ਮੈਨ ਨੂੰ ਰੋਕ ਰਹੇ ਹੋ। ਆਪ ਤਾਂ ਤੁਹਾਨੂੰ ਖੁੱਲ੍ਹ ਖੇਡ ਹੈ। ਪਾਕਿਸਤਾਨ ਦੇ ਬੰਦੇ ਕੈਪਟਨ ਸਾਹਿਬ ਦੇ ਘਰੇ ਬੈਠੇ ਰਹੇ, ਉਦੋਂ ਦੋਸ਼ ਲੱਗਦੇ ਸੀ ਵੀ ਇਹ ਤਾਂ ਮਿਲਟਰੀ ਇੰਟੈਲੀਜੈਂਸ ਦੇ ਪੱਤਰਕਾਰ ਨੇ, ਅਤੇ ਉਹ ਫਿਰ ਵੀ ਉਹਨਾਂ ਨੂੰ ਸ਼ਾਹ ਜੀ ਉਹਨਾਂ ਨੂੰ ਉਹ ਵੀਜ਼ਾ ਵੀ ਐਕਸਟੈਂਡ ਕਰਦੇ ਰਹੇ। ਸੋ ਇਸ ਤੋਂ ਇਹ ਪਤਾ ਲੱਗਦਾ ਹੈ ਵੀ ਪਾਕਿਸਤਾਨ ਅੰਦਰੋਂ ਇਹਨਾਂ ਦੀ ਦੋਸਤੀ ਹੈ, ਉੱਤੋਂ ਲੋਕਾਂ ਨੂੰ ਲੜਾਉਣ ਵਾਸਤੇ
ਲੋਕਾਂ ਨੂੰ ਪਾੜ ਕੇ ਰਾਜ ਕਰਨ ਵਾਸਤੇ ਇਹ ਆ ਸਾਰਾ ਡਰੋਨ 50 ਕਿਲੋਮੀਟਰ ਤੇ ਇੱਥੇ ਨਸ਼ੇ ਆ ਰਹੇ ਨੇ, ਇੱਥੇ ISI ਦੇ ਏਜੰਟ ਆ ਰਹੇ ਨੇ, ਇਹ ਸਾਰਾ ਕੁਝ ਪੰਜਾਬੀਆਂ ਨੂੰ ਦਬਾਉਣ ਵਾਸਤੇ ਹੈ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਡਾਕਟਰ ਪਿਆਰ ਲਾਲ ਗਰਗ। ਇਹ ਸੀਗੇ ਡਾਕਟਰ ਪਿਆਰ ਲਾਲ ਗਰਗ ਜਿਨ੍ਹਾਂ ਨੇ ਸਿੱਧੇ ਤੌਰ ਤੇ ਕੇਂਦਰ ਨੂੰ ਵੀ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਕਿਹਾ ਵੀ ਅੱਗ ਨਾਲ ਖੇਡ ਰਹੇ ਹੋ, ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਇਹ ਜਿਹੜੀਆਂ ਫੈਸਲੇ ਆ ਰਹੇ ਹੈ ਇਹਦਾ ਸਿੱਟਾ ਜਿਹੜਾ ਹੈ ਬਹੁਤ ਬੁਰਾ ਹੋ ਸਕਦਾ ਹੈ। ਪੰਜਾਬ 'ਚ ਮਸਾਂ ਸ਼ਾਂਤੀ ਆਈ ਹੈ, ਪਹਿਲਾਂ ਵੀ ਜਦੋਂ 84 ਦਾ ਦੌਰ ਹੋਇਆ ਉਦੋਂ ਬਹੁਤ ਜ਼ਿਆਦਾ ਅਸ਼ਾਂਤੀ ਰਹੀ, ਬਹੁਤ ਸਾਰਾ ਦੁਖਦਾਈ ਘਟਨਾਵਾਂ ਹਾਦਸੇ ਵਾਪਰੇ ਤੇ ਹੁਣ ਫਿਰ ਤੋਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।